ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰਿਟ ਵੀਕਲੀ ਸ਼ੋਅ ਪੋਲੀਵੁੱਡ ਟਾਕਸ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਦੋਸਤੋ, ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਪੰਜਾਬੀ ਸਿਨੇਮਾ ਐਂਡ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਉਹਨਾਂ ਹਸਤੀਆਂ ਦੇ ਨਾਲ ਜਿਨ੍ਹਾਂ ਨੇ ਟੈਲੈਂਟ ਦੇ ਦਮ ਤੇ ਇਸ ਇੰਡਸਟਰੀ ਵਿੱਚ ਇੱਕ ਅਲੱਗ ਪਹਿਚਾਣ ਬਣਾਈ ਹੈ। ਤੇ ਅੱਜ ਜਿਨ੍ਹਾਂ ਨਾਲ ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ, ਉਹ ਨਾ ਤਾਂ ਸਿਰਫ ਇੱਕ ਲਿਰਿਸਿਸਟ ਨੇ ਬਲਕਿ ਮਿਊਜ਼ਿਕ ਡਾਇਰੈਕਟਰ ਵੀ ਨੇ, ਕੰਪੋਜ਼ਰ ਨੇ ਤੇ ਬਾਕਮਾਲ ਸਿੰਗਰ ਵੀ ਨੇ। ਤੇ ਆਓ ਵੈਲਕਮ ਕਰਦੇ ਹਾਂ ਅਸੀਂ ਰਾਵੀ ਬਲ ਜੀ ਦਾ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਵੈਲਕਮ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਔਰ ਸਾਰੇ ਸੁਣਨ ਵਾਲਿਆਂ ਨੂੰ ਜੋ ਅਰਸ਼ ਟੀਵੀ ਨੂੰ ਇੱਕ ਪਿਆਰ ਸਤਿਕਾਰ ਦੇ ਰਹੇ ਆ, ਮੇਰਾ ਸਾਰਿਆਂ ਨੂੰ ਪਿਆਰ ਸਤਿਕਾਰ। ਔਰ ਪੋਲੀਵੁੱਡ ਟਾਕਸ ਜਿਹੜਾ ਇੱਕ ਸ਼ੋਅ ਸ਼ੁਰੂ ਕੀਤਾ ਅਰਸ਼ ਟੀਵੀ ਨੇ, ਸੋ ਉਹਦੇ ਲਈ ਮੇਰੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਕਿਉਂਕਿ ਇਹ ਇੱਕ ਇੱਦਾਂ ਦਾ ਸ਼ੋਅ ਹੈ ਜਿਹੜਾ ਜੋ ਬੈਕ ਐਂਡ 'ਤੇ ਰਹਿ ਕੇ ਕੰਮ ਕਰਨ ਵਾਲੇ ਲੋਕ ਨੇ। ਕੁਛ ਚਿਹਰੇ ਜੋ ਸਾਹਮਣੇ ਆ ਜਾਂਦੇ ਨੇ, ਬਟ ਬਹੁਤ ਸਾਰੇ ਚਿਹਰੇ ਨੇ ਜੋ ਪਿੱਛੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਬੈਕ ਸਕਰੀਨ ਰਹਿ ਜਾਂਦੇ ਨੇ, ਸੋ ਉਹਨਾਂ ਨੂੰ ਇੰਟਰੋਡਿਊਸ ਕਰਦੇ ਨੇ। ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਸਾਰਿਆਂ ਨੂੰ। ਸੋ ਸਰ, ਗੱਲਾਂ ਬਾਤਾਂ ਤੇ ਹੁੰਦੀਆਂ ਹੀ ਰਹਿਣਗੀਆਂ, ਅਗਰ ਤੁਸੀਂ ਪਹਿਲੇ 4 ਲਾਈਨਾਂ ਸੁਣਾ ਦਿਓ ਜਾਂਦਾ ਜਾਂਦਾ ਗਾਣੇ ਦੀ ਤੇ ਮਜ਼ਾ ਆ ਜਾਏ। ਹਾਂਜੀ ਜ਼ਰੂਰ ਜ਼ਰੂਰ। ਉਹ ਜਾਂਦਾ ਜਾਂਦਾ ਪੱਥਰ ਕਰ ਗਿਆ ਦਿਲ ਮੇਰਾ, ਹੁਣ ਹੋਰ ਕਿਸੇ ਲਈ ਧੜਕੇ ਨਾ। ਉਹ ਜਾਂਦਾ ਜਾਂਦਾ ਪੱਥਰ ਕਰ ਗਿਆ ਦਿਲ ਮੇਰਾ, ਹੁਣ ਹੋਰ ਕਿਸੇ ਲਈ ਧੜਕੇ ਨਾ। ਜੋ ਕੰਬ ਜਾਂਦਾ ਸੀ ਟੁੱਟਦੇ ਪੱਤੇ ਵੇਖ ਕਦੇ, ਦਿਲ ਤੋੜਨ ਲੱਗਿਆਂ ਤੜਪੇ ਨਾ। ਉਹ ਜਾਂਦਾ ਜਾਂਦਾ ਪੱਥਰ ਕਰ ਗਿਆ ਦਿਲ ਮੇਰਾ। ਬਹੁਤ ਸੋਹਣਾ ਸਰ, ਬਹੁਤ ਖੂਬ। ਤੇ ਸਰ, ਤੁਹਾਨੂੰ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਦਿਆਂ ਕਿੰਨਾ ਟਾਈਮ ਹੋ ਗਿਆ, ਕਿੰਨੇ ਸਾਲ ਹੋ ਗਏ ਨੇ ਤੁਸੀਂ? ਹਾਂਜੀ, ਮੈਨੂੰ ਆਲਮੋਸਟ 10 ਸਾਲ ਹੋ ਚੁੱਕੇ ਜੀ, 10 ਤੋਂ 12 ਸਾਲ ਹੋ ਗਏ ਮੈਨੂੰ। ਅਤੇ ਮਤਲਬ ਉਹਦੇ ਵਿੱਚ ਮੇਰੇ ਅਲੱਗ-ਅਲੱਗ ਤਜਰਬੇ ਰਹੇ ਆ। ਐਜ਼ ਏ ਸਿੰਗਰ ਮੈਂ ਸ਼ੁਰੂਆਤ ਕੀਤੀ ਸੀ, ਅਤੇ ਪਰ ਕਿਉਂਕਿ ਸਫ਼ਰ ਇੱਦਾਂ ਦਾ ਬਣਿਆ ਫਿਰ ਕਿ ਨਾਲ ਮੈਂ ਐਕਟਿੰਗ ਵੀ ਕੀਤੀ, ਫਿਰ ਮੈਂ ਮਿਊਜ਼ਿਕ ਡਾਇਰੈਕਸ਼ਨ ਵੀ ਕਰ ਰਿਹਾ, ਹੁਣ ਮੈਂ ਐਜ਼ ਏ ਮਿਊਜ਼ਿਕ ਟ੍ਰੇਨਰ ਵੀ ਕੰਮ ਕਰ ਰਿਹਾ। ਸੋ ਕਿਉਂਕਿ ਸਿੱਖਣ ਦੀ ਮੈਨੂੰ ਖੁਦ ਬਹੁਤ ਸ਼ੌਕ ਹੈ ਵੀ ਮੈਂ ਹਰ ਕੁਝ ਸਿੱਖਦੇ ਰਹੋ ਲਾਈਫ ਦੇ ਵਿੱਚ। ਤਾਂ ਪਹਿਲਾਂ ਗੀਤ ਸੰਗੀਤ ਸਿੱਖਿਆ, ਫਿਰ ਉਸ ਤੋਂ ਬਾਅਦ ਹੁਣ ਅੱਗੇ ਮੈਂ ਸਿਖਾ ਵੀ ਰਿਹਾ। ਐਜ਼ ਏ ਸਿੰਗਰ ਮੇਰੀਆਂ ਜੇ ਕੰਪਲੀਟ ਐਲਬਮਸ ਦੀ ਗੱਲ ਕਰਾਂ ਤਾਂ ਉਹ 2 ਐਲਬਮਸ ਮੇਰੀਆਂ ਆਈਆਂ। ਅਤੇ ਉਸ ਤੋਂ ਬਾਅਦ ਕਿਉਂਕਿ ਫਿਰ ਟਰੈਂਡ ਚੇਂਜ ਹੋ ਗਿਆ, ਫਿਰ ਸਿੰਗਲ ਟਰੈਕ ਦਾ ਟਰੈਂਡ ਹੋ ਗਿਆ, ਜਿੱਦਾਂ ਅੱਜ ਕੱਲ੍ਹ ਵੀ ਇੱਦਾਂ ਹੀ ਚੱਲਦਾ। ਅਤੇ ਉਹਦੇ ਵਿੱਚ ਵੀ ਮਤਲਬ ਆਲਮੋਸਟ 2 ਐਲਬਮਸ ਹੋ ਹੀ ਚੁੱਕੀਆਂ, ਵੀ ਇੱਕ ਗਾਣਾ ਕਰਕੇ ਵੀ 2 ਐਲਬਮਸ ਹੋਰ ਹੋ ਚੁੱਕੀਆਂ। ਅਤੇ 2 ਮੂਵੀਜ਼ ਕੀਤੀਆਂ ਮੈਂ, 2 ਫਿਲਮਾਂ ਕੀਤੀਆਂ ਬੱਬੂ ਮਾਨ ਜੀ ਨਾਲ, ਕਿਉਂਕਿ ਮੈਂ 4-5 ਸਾਲ ਉਹਨਾਂ ਨਾਲ ਵੀ ਕੰਮ ਕੀਤਾ। ਅਤੇ ਬਸ ਇੱਦਾਂ ਹੀ ਨਿਰੰਤਰ ਜਾਰੀ ਹੈ। ਬਾਕੀ ਹਾਂ, ਕੁਛ ਜਿਨ੍ਹਾਂ ਦੇ ਵਿੱਚ ਮੈਂ ਮਿਊਜ਼ਿਕ ਕੀਤਾ ਉਹ ਵੀ ਕਾਫੀ ਪ੍ਰੋਜੈਕਟ ਇੱਦਾਂ ਹੀ ਆ, ਕਿਉਂਕਿ ਉਹਦੇ ਵਿੱਚ ਵੀ ਜ਼ਿਆਦਾਤਰ ਪ੍ਰੋਜੈਕਟ ਨੇ ਜਿਹੜੇ ਸਿੰਗਲ ਨੇ, ਅਤੇ ਜਿਨ੍ਹਾਂ ਵਿੱਚ ਨਵੇਂ ਆਰਟਿਸਟ ਵੀ ਨੇ। ਔਰ ਇੱਕ ਅਸੀਂ ਪਿੱਛੇ ਜੇ ਪ੍ਰੋਜੈਕਟ ਕੀਤਾ, ਉਹਦੇ ਵਿੱਚ ਮਤਲਬ ਪੰਜਾਬ ਦੀਆਂ ਜਿਹੜੀਆਂ ਖੂਬਸੂਰਤ ਵੋਇਸਿਸ ਨੇ ਉਹਨਾਂ ਨੂੰ ਅਸੀਂ ਲਿਆ। ਉਹਦੇ 'ਚ ਅਸੀਂ ਪੰਜਾਬ ਦੀਆਂ ਲੋਰੀਆਂ ਰਿਕਾਰਡ ਕੀਤੀਆਂ। ਔਰ ਬੜੇ ਟਾਈਮ ਬਾਅਦ ਮੈਨੂੰ ਇੱਕ ਉਸ ਪੁਰਾਣੇ ਸਟਾਈਲ ਦਾ ਕੰਮ ਕਰਨ ਦਾ ਮੌਕਾ ਮਿਲਿਆ, ਵੀ ਜਦੋਂ ਲਾਈਵ ਇੰਸਟਰੂਮੈਂਟਸ ਅਸੀਂ ਰਿਕਾਰਡ ਕੀਤੇ ਅਰਬਾਬ ਸਟੂਡੀਓ ਇੱਥੇ ਹੀ ਮੋਹਾਲੀ ਦੇ ਵਿੱਚ। ਅਤੇ ਜੋ ਕੰਪੋਜੀਸ਼ਨਸ ਬਣਾਉਣ ਦਾ ਸਟਾਈਲ, ਫਿਰ ਲਿਰਿਕਸ ਨੂੰ ਲੈਣ ਦਾ ਸਟਾਈਲ, ਫਿਰ ਸਿੰਗਰ ਨੂੰ ਚੂਜ਼ ਕਰਨ ਦਾ ਸਟਾਈਲ, ਵੀ ਕਿਸ ਸਿੰਗਰ ਤੋਂ ਇਹ ਚੀਜ਼ ਗਵਾਈ ਜਾ ਸਕਦੀ ਹੈ, ਫਿਰ ਇੰਸਟਰੂਮੈਂਟੇਸ਼ਨ ਜੋ ਅਸੀਂ ਕਰਨੀ ਸੀ ਉਹਦੀ ਚੋਇਸਿਸ, ਵੀ ਕਿਹੜੇ ਇੰਸਟਰੂਮੈਂਟਸ ਅਸੀਂ ਰੱਖਣੇ ਆ। ਸੋ ਉਹ ਇੱਕ ਪ੍ਰੋਪਰ ਪ੍ਰੋਜੈਕਟ ਬਣਿਆ, ਉਹਦੇ ਵਿੱਚ ਅਸੀਂ 16 ਲੋਰੀਆਂ ਜਿਹੜੀਆਂ ਰਿਕਾਰਡ ਕੀਤੀਆਂ। ਆਲ ਦ ਬੈਸਟ ਸਰ। ਥੈਂਕ ਯੂ ਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਕਿਸੇ ਤੋਂ ਅਸੀਂ ਗਵਾਇਆ ਹੈ, ਕਿਸੇ ਨੇ ਲਿਖਿਆ ਹੈ ਇਸਨੂੰ, ਅਤੇ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਕਿਵੇਂ ਤੁਸੀਂ ਕਰਦੇ ਹੋ? ਮਤਲਬ ਪਹਿਲਾਂ ਲਿਖ ਲਿਆ ਹੈ ਨਾ, ਜਿਹੜਾ ਸਿੰਗਰ ਆ ਉਹਨੇ ਗਾ ਦਿੱਤਾ, ਮਤਲਬ ਇਹ ਕਿਸ ਤਰ੍ਹਾਂ ਚੱਲਦਾ ਹੈ? ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਜੀ। ਇਹਦੇ 'ਚ ਇੱਕ ਵੇ ਤਾਂ ਹੈ ਕਿ ਪਹਿਲਾਂ ਗਾਣਾ ਲਿਖਿਆ ਜਾਂਦਾ, ਲਿਖ ਕੇ ਫਿਰ ਉਹਨੂੰ ਕੰਪੋਜ਼ ਕੀਤਾ ਜਾਂਦਾ, ਠੀਕ ਹੈ, ਕਿਉਂਕਿ ਉਹਦੇ ਲਿਰਿਕਸ ਕਿੱਦਾਂ ਦੇ ਆ, ਮੰਨ ਲਓ ਉਹਦੇ ਸੈਡ ਲਿਰਿਕਸ ਨੇ, ਤਾਂ ਉਹਨੂੰ ਫਿਰ ਜਿਹੜਾ ਇੱਕ ਵਾਈਜ਼ ਕੰਪੋਜ਼ਰ ਹੈ ਉਹਨੂੰ ਦੇਖਦਾ ਵੀ ਅੱਛਾ ਇਹਨੂੰ ਮੈਂ ਕਿਸ ਰਾਗ ਦੇ ਵਿੱਚ ਕੰਪੋਜ਼ ਕਰ ਸਕਦਾ। ਕਿਉਂਕਿ ਸਾਡੀ ਜਿਹੜੀ ਗਾਇਕੀ ਹੈ, ਸਾਡਾ ਜਿਹੜਾ ਸੰਗੀਤ ਹੈ, ਜੋ ਹਿੰਦੁਸਤਾਨੀ ਸੰਗੀਤ ਹੈ ਜਿਹਨੂੰ ਕਹਿ ਦਈਏ, ਤਾਂ ਉਹ ਰਾਗ ਬੇਸਡ ਹੈ। ਸਾਡੀ ਰਾਗ ਗਾਇਕੀ ਹੈ। ਰਾਗ ਦਾ ਮਤਲਬ ਇੱਕ ਫੀਲ ਨੇ ਉਹ ਅਲੱਗ-ਅਲੱਗ ਜੋ ਸਿੱਖੇ ਜਾਂਦੇ ਨੇ, ਅਤੇ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨੂੰ ਕੰਪੋਜ਼ ਕਰਦੇ ਹਾਂ। ਮੰਨ ਲਓ ਕੁਛ
ਕੁਛ ਹੈਪੀਲੀ ਮੂਮੈਂਟ ਦੀ ਕੋਈ ਗੱਲ ਲਿਖੀ ਗਈ ਹੈ ਤਾਂ ਫਿਰ ਸਾਡਾ ਇੱਕ ਮਾਈਂਡ ਜਾਂਦਾ ਕਿ ਅੱਛਾ ਇਹਨੂੰ ਇਸ ਰਾਗ ਦੇ ਵਿੱਚ ਕੰਪੋਜ਼ ਕੀਤਾ ਜਾ ਸਕਦਾ ਹੈ ਨਾ। ਫਿਰ ਉਹਨੂੰ ਕੰਪੋਜ਼ ਕੀਤਾ ਜਾਂਦਾ। ਕੰਪੋਜ਼ ਕਰਨ ਤੋਂ ਬਾਅਦ ਉਹਦੇ 'ਚ ਫਿਰ ਇਹ ਸੋਚਿਆ ਜਾਂਦਾ ਵੀ ਕਿਹੜੇ ਕਿਹੜੇ ਇੰਸਟਰੂਮੈਂਟਸ ਹੋ ਸਕਦੇ ਆ ਜਿਹੜੇ ਇਹਦੇ ਫੀਲ ਨੂੰ ਐਨਹਾਂਸ ਕਰਨ, ਉਹਦੇ ਫੀਲ ਨੂੰ ਵਧਾਉਣ। ਸੈਡ ਹੈ ਤਾਂ ਉਹਦੇ ਲਈ ਉਸ ਹਿਸਾਬ ਦੀ ਇੰਸਟਰੂਮੈਂਟੇਸ਼ਨ, ਜੇ ਬੀਟ ਹੈ ਜਾਂ ਰੋਮਾਂਟਿਕ ਹੈ ਤਾਂ ਉਹਦੇ ਹਿਸਾਬ ਨਾਲ ਉਸ ਤਰੀਕੇ ਦੀ ਇੰਸਟਰੂਮੈਂਟੇਸ਼ਨ। ਹਾਂਜੀ ਹਾਂ। ਜਾਂ ਫਿਰ ਇਹ ਵੀ ਇੱਕ ਸਟਾਈਲ ਹੁੰਦਾ ਵੀ ਪਹਿਲਾਂ ਕੰਪੋਜ਼ ਕੀਤਾ ਜਾਂਦਾ। ਮੰਨ ਲਓ ਮੇਰੇ ਦਿਮਾਗ 'ਚ ਕੋਈ ਖਿਆਲ ਆਇਆ, ਮੈਂ ਕੁਝ ਕੰਪੋਜੀਸ਼ਨ ਬਣਾ ਲਈ। ਕੋਈ ਕੰਪੋਜੀਸ਼ਨ ਸੁਰ ਦੀ ਗੱਲ ਹੈ, ਸੁਰ ਦੇ ਨਾਲ ਤੁਸੀਂ ਇੱਕ ਸਟਾਈਲ ਬਿਲਡ ਕਰਨਾ। ਲਿਰਿਕਸ ਜਿਹੜੇ ਆ ਉਹ ਸ਼ਬਦ ਨੇ, ਸੁਰ ਔਰ ਸ਼ਬਦ ਇਹ ਦੋਨਾਂ ਦਾ ਜਦੋਂ ਕੰਬੀਨੇਸ਼ਨ ਬਣਦਾ ਉਹ ਇੱਕ ਕੰਪਲੀਟ ਕੰਪੋਜੀਸ਼ਨ ਬਣਦੀ ਹੈ ਨਾ। ਸੋ ਕਈ ਵਾਰੀ ਇਹ ਹੁੰਦਾ ਵੀ ਸੁਰ ਆ ਗਏ ਮਾਈਂਡ ਦੇ ਵਿੱਚ, ਕੁਛ ਲਿਰਿਕਸ ਮਤਲਬ ਉਹਦੇ 'ਤੇ ਲਿਰਿਕਸ ਫਿਰ ਬਾਅਦ 'ਚ ਲਿਖੇ ਜਾਂਦੇ ਆ ਵੀ ਇਹ ਕੰਪੋਜੀਸ਼ਨ ਬਣ ਗਈ ਹੈ ਨਾ। ਮੰਨ ਲਓ ਮੈਂ ਕੁਛ ਇੱਦਾਂ ਗਾ ਰਿਹਾ ਤਾਂ ਦਾ ਰਾ 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 ਦਾ ਦਾ ਰਾ ਦਾ ਰਾ ਦਾ ਰਾ। ਸੋ ਇਹ ਇਕੱਲੀ ਇੱਕ ਕੰਪੋਜੀਸ਼ਨ ਹੈ, ਇਹਦੇ 'ਤੇ ਲਿਰਿਕਸ ਨਹੀਂ ਹੈ। ਤਾਂ ਇਹਦੇ ਵਿੱਚ ਫਿਰ ਅਸੀਂ ਕਰਾਂਗੇ ਵੀ ਇਹਦੇ 'ਤੇ ਲਿਰਿਕਸ ਕਿੱਦਾਂ ਰੱਖੇ ਜਾਣ। ਤਾਂ ਅਸੀਂ ਉਹ ਇੱਕ ਰਾਈਟਰ ਨੂੰ ਬੁਲਾ ਕੇ, ਜਾਂ ਜੇ ਮੈਂ ਜਿੱਦਾਂ ਮੈਂ ਖੁਦ ਵੀ ਲਿਖਦਾ ਤਾਂ ਫਿਰ ਮੈਨੂੰ ਹੁੰਦਾ ਵੀ ਅੱਛਾ ਇਹ ਇੱਦਾਂ ਦਾ ਫੀਲ ਬਣਾ ਦਾ ਰਾ 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 ਦਾ। ਤਾਂ ਫਿਰ ਇਹਦੇ 'ਤੇ ਲਿਰਿਕਸ ਵੀ ਰੱਖੇ ਜਾ ਸਕਦੇ। ਤੂੰ ਛੱਡ ਜਾਵੀਂ ਨਾ ਦਾ ਰਾ 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 ਰਾ। ਸੋ ਇਹ ਕੰਪੋਜੀਸ਼ਨ ਇੱਦਾਂ ਤਿਆਰ ਹੁੰਦੀ ਹੈ। ਤੇ ਸਰ ਜਿਵੇਂ ਹੁੰਦਾ ਕਿ ਲਾਈਵ ਮਿਊਜ਼ਿਕ ਰਿਕਾਰਡ ਕੀਤਾ ਜਾਂਦਾ ਤੇ ਇੱਕ ਇਲੈਕਟ੍ਰੋਨਿਕ ਮਿਊਜ਼ਿਕ ਹੁੰਦਾ, ਉਹਨਾਂ ਵਿੱਚ ਕੀ ਡਿਫਰੈਂਸ ਹੈ? ਦੇਖੋ ਜੋ ਅੱਜ ਦਾ ਟ੍ਰੈਂਡ ਚੱਲ ਰਿਹਾ, ਇਹ ਚੱਲ ਰਿਹਾ ਹੈ ਬਿਲਕੁਲ ਇਲੈਕਟ੍ਰੋਨਿਕ ਸਾਰਾ ਇੰਸਟਰੂਮੈਂਟੇਸ਼ਨ। ਲਾਈਵ ਦੇ ਵਿੱਚ ਕੀ ਹੁੰਦਾ ਸੀ ਵੀ ਜਦੋਂ ਬਕਾਇਦਾ ਇੱਕ ਇੱਕ ਇੰਸਟਰੂਮੈਂਟ ਹੈ। ਮੰਨ ਲਓ ਅਸੀਂ ਰਿਦਮ ਪਲੇ ਕਰਨਾ, ਰਿਦਮ ਪਲੇ ਦੇ ਵਿੱਚ ਜਿੰਨੇ ਰਿਦਮ ਦੇ ਇੰਸਟਰੂਮੈਂਟ ਨੇ, ਢੋਲਕ ਹੈ, ਠੀਕ ਹੈ, ਤਬਲਾ ਹੈ, ਜਾਂ ਡਰਮ ਹੈ, ਡਰਮ ਸੈੱਟ ਹੈ, ਜਾਂ ਇਲੈਕਟ੍ਰਿਕ ਪੈਡ ਹੈ, ਉਹ ਪਹਿਲਾਂ ਮੈਨੂਅਲੀ ਪਲੇ ਕੀਤੇ ਜਾਂਦੇ ਸੀ। ਮੰਨ ਲਓ ਅਗਰ ਸਾਨੂੰ ਡਰਮ ਰਿਕਾਰਡ ਕਰਨਾ ਤਾਂ ਸਾਨੂੰ ਪ੍ਰੋਪਰ ਇੱਕ ਸਟੂਡੀਓ ਦੇ ਵਿੱਚ ਡਰਮ ਸੈੱਟ ਲਗਾਉਣਾ ਪਏਗਾ। ਉੱਥੇ ਪਲੇਅਰ ਆਊਗਾ, ਉਸ ਪਲੇਅਰ ਨੂੰ ਉਹ ਕੰਪੋਜੀਸ਼ਨ ਦੱਸਾਂਗੇ, ਉਹਦਾ ਟੈਂਪੋ ਦੱਸਾਂਗੇ, ਫਿਰ ਉਹ ਪਲੇ ਕਰੇਗਾ, ਠੀਕ ਹੈ। ਉਹ ਹੋ ਗਈ ਲਾਈਵ ਇੰਸਟਰੂਮੈਂਟੇਸ਼ਨ। ਇੱਦਾਂ ਹੀ ਅਸੀਂ ਗਿਟਾਰ, ਅਗਰ ਗਿਟਾਰ ਰਿਕਾਰਡ ਕਰਨਾ ਅਸੀਂ ਗਿਟਾਰਿਸਟ ਨੂੰ ਹਾਇਰ ਕਰਦੇ ਹਾਂ, ਗਿਟਾਰਿਸਟ ਨੂੰ ਬੁਲਾਉਂਦੇ ਹਾਂ, ਉਸ ਲੈਵਲ ਦਾ ਗਿਟਾਰਿਸਟ ਵੀ, ਹਾਂ ਉਹਨੂੰ ਫਿਰ ਅਸੀਂ ਦੱਸਦੇ ਹਾਂ ਵੀ ਹਾਂ ਇਹ ਚੀਜ਼ਾਂ ਸਾਨੂੰ ਰਿਕਾਰਡ ਕਰਕੇ ਦਿਓ। ਉਹ ਸਾਰਾ ਕੁਛ ਜੋ ਪਹਿਲਾਂ ਇੱਦਾਂ ਸੀਗਾ ਅਲੱਗ-ਅਲੱਗ, ਇੱਕ ਡਰਮਰ ਅਲੱਗ ਹੈ, ਗਿਟਾਰਿਸਟ ਅਲੱਗ ਹੈ, ਤਬਲਾ, ਢੋਲਕ, ਇਹਦੇ ਪਲੇਅਰ ਅਲੱਗ ਨੇ, ਉਹ ਸਾਰਾ ਕੁਛ ਹੁਣ ਸੌਫਟਵੇਅਰ ਦੇ ਵਿੱਚ ਆ ਗਿਆ। ਮੰਨ ਲਓ ਕੁਛ ਪਲੇ ਕੀਤਾ, ਕੁਛ ਇੱਕ ਡਰਮ ਪਲੇ ਕੀਤਾ ਅਸੀਂ ਇੱਕ ਗਾਣੇ ਦੇ ਲਈ, ਉਹ ਡਰਮ ਨੂੰ ਅਸੀਂ ਰਿਕਾਰਡ ਕਰਕੇ ਸੌਫਟਵੇਅਰ ਦੇ ਵਿੱਚ ਰੱਖ ਲਿਆ। ਹੁਣ ਮੰਨ ਲਓ ਉੱਦਾਂ ਦਾ ਅਸੀਂ ਕੋਈ ਵੀ ਗਾਣਾ ਕੱਲ੍ਹ ਨੂੰ ਦੁਬਾਰਾ ਰਿਕਾਰਡ ਕਰਨਾ ਤਾਂ ਅਸੀਂ ਦੁਬਾਰਾ ਡਰਮਰ ਨੂੰ ਨਹੀਂ ਬੁਲਾਉਂਦੇ। ਅਸੀਂ ਕੀ ਕਰਦੇ ਵੀ ਉਹ ਸੌਫਟਵੇਅਰ ਦੇ ਵਿੱਚੋਂ ਸੇਮ ਲੂਪ ਚੱਕਿਆ, ਸੇਮ ਉਹਦਾ ਜੋ ਰਿਕਾਰਡ ਆਲਰੇਡੀ ਕੀਤਾ ਹੋਇਆ ਉਹਨੂੰ ਚੱਕ ਕੇ ਉਹਦੇ 'ਚ ਫਿੱਟ ਕਰਤਾ। ਇਹ ਈਜ਼ੀਐਸਟ ਹੋ ਗਿਆ, ਮਤਲਬ ਬਹੁਤ ਈਜ਼ੀ ਕੰਮ ਹੋ ਗਿਆ ਵੀ ਤੁਹਾਡੇ ਕੋਲੇ 15 ਲੂਪ, 20 ਲੂਪ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਦਾਂ ਮਤਲਬ ਰਿਕਾਰਡਿੰਗਸ ਨੇ। ਹੈ ਉਹ ਲਾਈਵ ਪਲੇ ਕੀਤੀਆਂ ਹੋਈਆਂ ਨੇ, ਬਾਕਾਇਦਾ ਪਲੇਇੰਗ ਹੈ ਉਹ, ਪਰ ਉਹ ਲੂਪਸ ਦੇ ਰੂਪ ਦੇ ਵਿੱਚ ਸਾਡੇ ਕੋਲ ਇੱਕ ਲਾਇਬ੍ਰੇਰੀ ਤਿਆਰ ਹੋ ਗਈ। ਸੋ ਜਦੋਂ ਕਦੇ ਵੀ ਸਾਡੇ ਕੋਲ ਕੋਈ ਕੰਪੋਜੀਸ਼ਨ ਉੱਦਾਂ ਦੀ ਹੁੰਦੀ ਹੈ ਵੀ ਹਾਂ ਇਹਦੇ 'ਚ ਢੋਲ ਚਾਹੀਦਾ, ਸਾਡੇ ਕੋਲ ਢੋਲ ਆਲਰੇਡੀ ਰਿਕਾਰਡਡ ਹੈ, ਉਹ ਚੱਕ ਕੇ ਅਸੀਂ ਉਹਦੇ 'ਚ ਲਾ ਦੇਣਾ। ਵੀ ਸਾਡੀ ਉਹ ਮਿਹਨਤ ਹੈ ਜਿਹੜੀ ਲਾਈਵ ਰਿਕਾਰਡਿੰਗ ਵਾਲੀ ਜਾਂ ਲਾਈਵ ਇੰਸਟਰੂਮੈਂਟ ਨੂੰ, ਹਾਂ ਉਹ ਟਾਈਮ ਵੀ ਬਚ ਗਿਆ, ਜਾਂ ਉਹਨੂੰ ਕਹਿ ਦਈਏ ਵੀ ਉਹ ਮਿਹਨਤ ਵੀ ਸਾਡੀ ਬਚ ਗਈ, ਸਾਡੇ ਕੋਲ ਬਣਿਆ ਬਣਾਇਆ ਕੰਮ ਆ ਗਿਆ। ਪਰ ਉਹਦੇ ਵਿੱਚ ਇਹ ਫਰਕ ਹੈ ਵੀ ਉਹਦੇ 'ਚ ਤੁਹਾਡੀ ਕੁਆਲਿਟੀ ਚਲੀ ਗਈ, ਫਿਰ ਤੁਹਾਡੀ ਕ੍ਰੀਏਟੀਵਿਟੀ ਖਤਮ ਹੋ ਗਈ। ਤੁਸੀਂ ਇੱਕ ਗਾਣੇ ਦੇ ਵਿੱਚ ਜੋ ਪਲੇ ਕੀਤਾ ਉਹੀ ਤੁਸੀਂ ਅਗਲੇ 'ਚ ਕਰਤਾ, ਉਹੀ ਤੁਸੀਂ ਤੀਸਰੇ ਗਾਣੇ 'ਚ ਪਲੇ ਕਰਤਾ, ਕੁਛ ਨਵਾਂ ਨਹੀਂ ਕ੍ਰੀਏਟ ਕੀਤਾ, ਹੈ ਨਾ। ਅਤੇ ਉਹਦੇ ਕਰਕੇ ਕੀ ਹੈ ਵੀ ਮਿਊਜ਼ਿਕ ਹੈ ਜਿਹੜਾ, ਉਹਦੀ ਜਿਹੜੀ ਕੁਆਲਿਟੀ ਹੈ ਉਹ ਡਾਊਨਗ੍ਰੇਡ ਹੋ ਗਈ। ਤੁਸੀਂ ਅੱਜ ਕੋਈ ਵੀ ਗਾਣਾ ਸੁਣਦੇ ਹੋ, ਉਹ ਇੱਕ ਬੀਟ ਕਿਸੇ ਗਾਣੇ 'ਚ ਵੱਜ ਰਹੀ ਹੈ, ਦੂਜੇ ਗਾਣੇ 'ਚ ਵੀ ਸੇਮ ਬੀਟ ਹੀ ਵੱਜ ਰਹੀ ਹੈ। ਉੱਦਾਂ ਦੇ ਇੰਸਟਰੂਮੈਂਟ, ਉਹੀ ਟੋਨ ਇੱਕ ਗਾਣੇ 'ਚ ਚੱਲ ਰਹੀ ਹੈ, ਉਹੀ ਗਾਣੇ ਕਿਸੇ ਹੋਰ 'ਚ ਚੱਲ ਰਹੀ ਹੈ। ਤਾਂ ਉਹਦੇ ਨਾਲ ਕੀ ਹੋ ਗਿਆ ਵੀ ਉਹ ਮੋਨੋਟਨਸ ਹੋ ਗਈ, ਸੰਗੀਤ ਬੋਰੀਅਤ ਵੱਲ ਨੂੰ ਲੈ ਗਿਆ। 10 ਦਿਨਾਂ ਤੋਂ ਬਾਅਦ ਤੁਸੀਂ ਇੱਕ ਗਾਣਾ ਸੁਣ ਨਹੀਂ ਸਕਦੇ, ਕਿਉਂਕਿ ਉਹ ਇਲੈਕਟ੍ਰੋਨਿਕ ਹੋ ਗਿਆ, ਹੈ ਨਾ। ਉਹਦੇ ਵਿੱਚ ਤੁਹਾਡੇ ਕੋਲ ਕੁਆਲਿਟੀ ਵਰਕ ਨਹੀਂ ਰਿਹਾ, ਤੁਹਾਡੀ ਕ੍ਰੀਏਟੀਵਿਟੀ ਖਤਮ ਹੋ ਗਈ। ਤਾਂ ਉਹ ਸੌਫਟਵੇਅਰ ਦੇ ਉੱਤੇ ਜਿਹੜਾ ਕੁਛ ਬਣਿਆ ਬਣਾਇਆ ਉਹ ਹਰ ਕੋਈ ਬੰਦਾ ਚੱਕਦਾ, ਕਾਪੀ ਪੇਸਟ, ਉਹੀ ਇੱਕ ਗਾਣੇ 'ਚ ਵੱਜ ਰਿਹਾ। 10 ਗਾਣਿਆਂ ਦੀ ਕੰਪੋਜੀਸ਼ਨ ਮੈਂ ਤੁਹਾਨੂੰ ਔਨ ਰਿਕਾਰਡ ਵੀ ਦਿਖਾ ਸਕਦਾ, YouTube ਦੇ ਉੱਤੇ ਵੀ ਦਿਖਾ ਸਕਦਾ ਵੀ 10 ਗਾਣੇ ਜੋ ਅੱਜ ਮਾਰਕੀਟ ਦੇ ਵਿੱਚ ਹੋ ਸਕਦਾ ਸੁਪਰ ਡੁਪਰ ਹਿੱਟ ਹੋਣ, ਸਭ ਦੀ ਕੰਪੋਜੀਸ਼ਨ ਇੱਕੋ ਹੀ ਹੈ। ਉਹਨੂੰ ਕੰਪੋਜ਼ ਵੀ ਨਹੀਂ ਡਿਫਰੈਂਟਲੀ ਕੀਤਾ ਗਿਆ, ਉਹ ਇੱਕੋ ਕੰਪੋਜੀਸ਼ਨ ਦੇ ਉੱਤੇ ਸਿਰਫ ਲਿਰਿਕਸ ਚੇਂਜ ਕਰਕੇ ਸੇਮ ਸਟਾਈਲ ਦੇ ਗਾਣੇ ਉਹੀ ਇੱਕ ਸਿੰਗਰ ਗਾ ਰਿਹਾ, ਉਹੀ ਦੂਜਾ ਗਾ ਰਿਹਾ,
ਪਰ ਉਹ ਚੱਲੀ ਜਾ ਰਿਹਾ। ਹਰ ਇੱਕ ਬੰਦੇ ਦਾ ਆਪਣਾ ਇੱਕ ਥਾਟ ਹੁੰਦਾ ਕਿਸੇ ਵੀ ਕੰਮ ਨੂੰ ਲੈ ਕੇ। ਮੇਰਾ ਸੰਗੀਤ ਨੂੰ ਲੈ ਕੇ ਕੀ ਥਾਟ ਹੈ ਉਹ ਮੇਰਾ ਆਪਣਾ ਇੰਟਰਨਲ ਹੈ। ਮੈਂ ਇਹਦੇ 'ਚ ਮਨੀ ਮਾਈਂਡਡ ਵੀ ਹੋ ਸਕਦਾ ਵੀ ਮੈਨੂੰ ਸਿਰਫ ਪੈਸਾ ਚਾਹੀਦਾ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਇਹ ਗਾਣਾ ਵਲਗੈਰਿਟੀ ਫੈਲਾ ਰਿਹਾ ਜਾਂ ਇਹ ਗਾਣਾ ਵਾਇਲੈਂਸ ਫੈਲਾ ਰਿਹਾ ਜਾਂ ਇਹ ਗਾਣਾ ਕਿਸੇ ਦੀ ਭਾਵਨਾਵਾਂ ਨੂੰ ਹਰਟ ਕਰ ਰਿਹਾ, ਤੇ ਮੈਂ ਸੋਚਾਂ ਵੀ ਮੈਨੂੰ ਪੈਸਾ ਚਾਹੀਦਾ, ਮੈਂ ਚੀਜ਼ ਬਣਾਤੀ। ਇੱਕ ਤਾਂ ਵੀ ਇਹ ਹੋ ਗਿਆ। ਉਹਦੇ ਵਿੱਚ ਫਿਰ ਤੁਸੀਂ ਐਜ਼ ਏ ਆਰਟਿਸਟ ਨਹੀਂ ਹੋ, ਤੁਸੀਂ ਬਿਜ਼ਨਸਮੈਨ ਹੋ। ਤੁਸੀਂ ਸਿਰਫ ਪੈਸਾ ਦੇਖ ਰਹੇ ਹੋ, ਤੁਸੀਂ ਬਾਕੀ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਲੈ ਰਹੇ। ਤੁਸੀਂ ਕਮਾਇਆ ਕਿੰਨਾ, ਤੁਸੀਂ ਪੈਸਾ ਕਿੰਨਾ ਕਮਾਇਆ ਉਹ ਬਾਅਦ ਦੀ ਗੱਲ ਆ, ਪਰ ਐਜ਼ ਐਨ ਆਰਟਿਸਟ ਤੁਸੀਂ ਕ੍ਰੀਏਟ ਕੀ ਕੁਛ ਕੀਤਾ ਤਾਂ ਕਿ ਤੁਹਾਡੀ ਕ੍ਰੀਏਟੀਵਿਟੀ ਤੋਂ, ਜਿੱਦਾਂ ਹੁਣ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਿਨ੍ਹਾਂ ਨੂੰ ਅਸੀਂ ਆਰਟਿਸਟ ਕਹਿੰਦੇ ਹਾਂ, ਉਹਨਾਂ ਨੇ ਜੋ ਕ੍ਰੀਏਟ ਕੀਤਾ ਅੱਜ ਅਸੀਂ ਉਹਨਾਂ ਚੀਜ਼ਾਂ ਤੋਂ ਸਿੱਖ ਰਹੇ ਹਾਂ। ਮੁਹੰਮਦ ਰਫੀ ਸਾਹਿਬ, ਉਹਨਾਂ ਦੀ ਜੋ ਕ੍ਰੀਏਟੀਵਿਟੀ ਸੀ, ਉਹ ਕੋਈ ਬਿਜ਼ਨਸਮੈਨ ਬਣ ਕੇ ਨਹੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰ ਗਏ ਵੀ ਉਹਨਾਂ ਨੇ ਪੈਸਾ ਕਿੰਨਾ ਕਮਾ ਲਿਆ। ਸਾਡੀ ਅੱਜ ਦੀ ਦੌੜ ਹੋ ਗਈ ਵੀ ਪੈਸਾ ਕਿੰਨਾ ਕਮਾਉਣਾ। ਆਰਟਿਸਟ ਨੂੰ ਉਹਦੀ ਆਰਟ ਕਰਕੇ ਜਾਣਿਆ ਜਾਵੇ। ਹੁਣ ਅੱਜ ਸਾਨੂੰ ਨਹੀਂ ਪਤਾ ਵੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਪ੍ਰੋਪਰਟੀ ਕਿੰਨੀ ਹੈ, ਜੋ ਉਹਨਾਂ ਨੇ ਕਿੰਨਾ ਪੈਸਾ ਕਮਾਇਆ ਜੀ, ਕਿ ਜੋ ਕੰਪੋਜੀਸ਼ਨਸ ਉਹ ਬਣਾ ਗਏ ਉਹਦੇ ਵਰਗੀਆਂ ਕਿਤੇ ਹੋਰ ਨਹੀਂ ਹੈ। ਅਸੀਂ ਉਹਨਾਂ ਦੀ ਆਰਟ ਨੂੰ ਦੇਖ ਰਹੇ ਹਾਂ, ਅਸੀਂ ਉਹਨਾਂ ਦੀ ਕਲਾ ਨੂੰ। ਜੇ ਉਹ ਵੀ ਉੱਦਾਂ ਸੋਚ ਕੇ ਚੱਲਦੇ ਹੈ ਨਾ, ਤਾਂ ਫਿਰ ਉਹ ਕ੍ਰੀਏਟੀਵਿਟੀ, ਉਹ ਕੰਪੋਜੀਸ਼ਨਸ, ਉਹ ਸਟਾਈਲ ਆਫ ਸਿੰਗਿੰਗ, ਉਹ ਰਾਗਦਾਰੀ, ਉਹ ਔਨ ਸਟੇਜ ਕੀ ਕੁਝ ਕ੍ਰੀਏਟ ਕਰ ਦੇਣਾ, ਇਹ ਚੀਜ਼ਾਂ ਸਾਨੂੰ ਸਿੱਖਣ ਨੂੰ ਨਹੀਂ ਸੀ ਮਿਲਦੀਆਂ। ਤੇ ਸਰ ਤੁਸੀਂ ਜਿਵੇਂ ਮੈਂਸ਼ਨ ਕੀਤਾ ਕਿ ਤੁਸੀਂ ਬੱਬੂ ਮਾਨ ਸਰ ਨਾਲ ਕੰਮ ਕੀਤਾ, ਤੇ ਮਤਲਬ ਤੁਸੀਂ ਉਹਨਾਂ ਨਾਲ ਕਿੰਨੇ ਸਾਲ ਰਹੇ ਹੋ ਐਂਡ ਉਹਨਾਂ ਦਾ ਕੀ ਸਪੋਰਟ ਰਿਹਾ ਤੁਹਾਡੀ ਲਾਈਫ ਦੇ ਵਿੱਚ? ਬਾਈ ਜੀ ਨਾਲ ਮੈਂ 4.5 ਸਾਲ ਕੰਮ ਕੀਤਾ ਜੀ। 4 ਸਾਲ ਦਾ ਤਾਂ ਮੇਰਾ ਉਹਨਾਂ ਨਾਲ ਇੱਕ ਤਰ੍ਹਾਂ ਦਾ ਮੇਰਾ ਐਜ਼ ਐਨ ਆਰਟਿਸਟ ਮੈਨੂੰ ਐਗਰੀਮੈਂਟ ਸੀਗਾ ਮੇਰਾ ਕੰਪਨੀ ਨਾਲ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਮਤਲਬ ਮੈਨੂੰ ਇੱਕ ਦਿਨ ਸਡਨ ਫੋਨ ਆਇਆ ਵੀ ਕਹਿੰਦੇ ਤੈਨੂੰ ਫਿਲਮ ਦੇ ਲਈ ਕਾਸਟ ਕੀਤਾ ਬਾਈ ਬੱਬੂ ਮਾਨ ਨੇ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਵੀ ਮੈਂ ਤਾਂ ਕਦੇ ਐਕਟਿੰਗ ਕੀਤੀ ਨਹੀਂ, ਤੇ ਮੈਂ ਗਿਆ। ਚਲੋ ਮੈਨੂੰ ਵੀ ਬਹੁਤ ਖੁਸ਼ੀ ਹੋਈ ਵੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਐਜ਼ ਐਨ ਐਕਟਰ ਵੀ ਕਿਤੇ ਕੰਮ ਕਰੂੰਗਾ। ਫਿਰ ਉਹ ਇੱਕ ਫਿਲਮ ਉਹਨਾਂ ਨਾਲ ਕੀਤੀ, ਹੀਰੋ ਹਿਟਲਰ ਇਨ ਲਵ, ਉਹਦੇ ਵਿੱਚ ਇੱਕ ਪਾਰਟ ਸੀਗਾ ਮੇਰਾ। ਫਿਰ ਨੈਕਸਟ ਮੂਵੀ ਉਹਨਾਂ ਦੀ ਫਿਰ ਜਲਦੀ ਸਟਾਰਟ ਹੋ ਗਈ, ਉਹਦੇ ਵਿੱਚ ਉਹਨਾਂ ਨੇ ਦੁਬਾਰਾ ਫਿਰ ਮੈਨੂੰ ਮਤਲਬ ਇਹ ਉਹਨਾਂ ਨੇ ਪਰਸਨਲੀ ਮੈਨੂੰ ਕਾਸਟ ਕੀਤਾ। ਮੇਰਾ ਕੋਈ ਹਾਂ ਆਡੀਸ਼ਨ ਜ਼ਰੂਰ ਲਿਆ, ਇਹ ਸੈਕਿੰਡ ਫਿਲਮ ਲਈ ਆਡੀਸ਼ਨ ਜ਼ਰੂਰ ਲਿਆ ਸੀ ਉਹਨਾਂ ਨੇ, ਤੇ ਪਰ ਇਹ ਮੇਰੇ ਲਈ ਇੱਕ ਮਾਣ ਵਾਲੀ ਗੱਲ ਸੀ ਵੀ ਉਹਨਾਂ ਨੇ ਪਰਸਨਲੀ ਮੇਰਾ ਰੈਫਰੈਂਸ ਦਿੱਤਾ ਵੀ ਇਹਨੂੰ ਰੱਖੋ, ਰਾਵੀ ਨੂੰ ਫਿਲਮ ਦੇ ਵਿੱਚ ਰੱਖੋ। ਇਸ ਗੱਲ ਦਾ ਮੇਰਾ ਇੱਕ ਕੌਨਫੀਡੈਂਸ ਵੀ ਬਿਲਡ ਹੋਇਆ ਐਕਟ ਕਰਨ ਦਾ, ਉਸ ਇੱਕ ਫਿਲਮ ਲਾਈਨ ਨੂੰ ਸਮਝਣ ਦਾ ਜਾਂ ਫਿਲਮ ਲਾਈਨ ਦੇ ਵਿੱਚ ਵਿਚਰਨ ਦਾ। ਸੈਕਿੰਡ ਜਿਹੜਾ ਬਿਗ ਇਨੀਸ਼ੀਏਟਿਵ ਮੈਨੂੰ ਬਾਈ ਜੀ ਨੇ ਦਿੱਤਾ ਉਹ ਸੀਗਾ ਵੀ ਔਨ ਸਟੇਜ, ਜਦੋਂ ਉਹਨਾਂ ਦੀ ਲਾਈਵ ਸਟੇਜ ਹੁੰਦੀ ਸੀ, ਅਸੀਂ ਕਾਫੀ ਸਟੇਜਸ ਮੈਂ ਉਹਨਾਂ ਨਾਲ ਇਕੱਠੀਆਂ ਸ਼ੇਅਰ ਕੀਤੀਆਂ। ਤਾਂ ਇਹ ਹੁੰਦਾ ਵੀ ਅੱਜ ਵੀ ਮੈਂ ਦੇਖਿਆ ਨਹੀਂ ਕਦੇ ਕੋਈ ਆਰਟਿਸਟ ਵੀ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਆਪਣਾ ਮਾਈਕ ਫੜਾ ਕੇ ਤੇ ਕਵੇ ਵੀ ਹੁਣ ਤੂੰ ਪਰਫਾਰਮ ਕਰ ਮੇਰੀ ਸਟੇਜ ਦੇ ਉੱਪਰ, ਕਿਉਂਕਿ ਥੋੜ੍ਹਾ ਜਿਹਾ ਇੱਦਾਂ ਹੁੰਦਾ ਵੀ ਮੇਰੀ ਸਟੇਜ ਹੈ ਤਾਂ ਮੈਂ ਹੀ ਪਰਫਾਰਮ ਕਰਾਂ। ਸੋ ਬਾਈ ਜੀ ਦੀ ਮੈਨੂੰ ਇਸ ਗੱਲੋਂ ਬੜੀ ਸਪੋਰਟ ਰਹੀ ਵੀ ਉਹਨਾਂ ਨੇ ਆਪਣੀ ਸਟੇਜ ਦੇ ਉੱਤੇ ਆਪਣਾ ਗਾਣਾ ਛੱਡ ਕੇ, ਜਦੋਂ ਆਡੀਅנס ਇਹ ਕਹਿ ਰਹੀ ਸੀ ਵੀ ਮਾਨ ਸਾਹਿਬ ਆਹ ਗਾਣਾ ਸੁਣਾਓ, ਬੱਬੂ ਬਾਈ ਆਹ ਗਾਣਾ ਸੁਣਾਓ, ਤਾਂ ਉਸ ਟਾਈਮ ਦੇ ਉੱਤੇ ਬਾਈ ਨੇ ਮੇਰੇ ਹੱਥ 'ਚ ਮਾਈਕ ਫੜਾਉਣਾ ਵੀ ਇਹਨੂੰ ਸੁਣੋ। ਸੋ ਇਹ ਮੇਰੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਆ ਵੀ ਇੱਕ ਸੁਪਰਸਟਾਰ ਬੰਦਾ ਤੁਹਾਨੂੰ ਆਪਣਾ ਮਾਈਕ ਫੜਾ ਕੇ ਤੇ ਪਿੱਛੇ ਖੜ੍ਹ ਕੇ ਢੋਲ ਵਜਾਉਣ ਲੱਗ ਜੇ। ਇਹ ਇੱਕ ਖੂਬਸੂਰਤ ਐਕਸਪੀਰੀਅੰਸ ਮੇਰੀ ਲਾਈਫ ਦਾ ਵੀ ਜਿਹਦੇ ਵਿੱਚ ਮੈਨੂੰ ਮਤਲਬ ਅੱਜ ਵੀ ਜਦੋਂ ਮੈਂ ਯਾਦ ਕਰਦਾ ਤਾਂ ਬਾਈ ਦਾ ਜਿਹੜਾ ਇਮੇਜ ਆ ਮੇਰੀ ਲਾਈਫ ਦੇ ਵਿੱਚ ਜਾਂ ਮੇਰੇ ਮਾਈਂਡ ਦੇ ਵਿੱਚ ਉਹ ਬਹੁਤ ਉੱਚੀ ਚਲੀ ਜਾਂਦੀ ਹੈ। ਤੇ ਸਰ ਪਿੱਛੇ ਜੇ ਇੱਕ ਕੰਟਰੋਵਰਸੀ ਹੋਈ ਸੀਗੀ ਬੱਬੂ ਮਾਨ ਜੀ ਐਂਡ ਸਿੱਧੂ ਮੂਸੇਵਾਲੇ। ਹਾਂਜੀ ਹਾਂਜੀ। ਤੇ ਜਿਹਦੇ ਵਿੱਚ ਤੁਸੀਂ ਲਾਈਵ ਆ ਕੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਉਹ ਯੂਜ਼ ਨਹੀਂ ਕਰਨੇ ਚਾਹੀਦੇ। ਹਾਂਜੀ ਬਿਲਕੁਲ ਸਿੱਧੂ ਮੂਸੇਵਾਲੇ। ਬਿਲਕੁਲ। ਤੁਸੀਂ ਓਵਰਆਲ ਇਸ ਮਾਮਲੇ ਨੂੰ ਕਿਵੇਂ ਵੇਖਦੇ ਹੋ ਐਂਡ ਕੀ ਵਿਚਾਰ ਹੈ ਤੁਹਾਡੇ? ਮੇਰੇ ਅੱਜ ਵੀ ਉਹੀ ਵਿਚਾਰ ਹੈ ਜੀ ਵੀ ਦੇਖੋ ਇਹ 'ਚ ਦੋ ਤਰੀਕੇ ਹੁੰਦੇ ਆ। ਇੱਕ ਆਰਟਿਸਟ ਦੀ ਆਰਟ ਨੂੰ ਪਿਆਰ ਕਰਨਾ, ਇੱਕ ਆਰਟਿਸਟ ਨੂੰ ਪਰਸਨਲੀ ਪਿਆਰ ਕਰਨਾ। ਠੀਕ ਹੈ ਵੀ ਉਸ ਇਨਸਾਨ ਦੀ ਪਰਸਨੈਲਿਟੀ ਨੂੰ ਪਿਆਰ ਕਰਨਾ। ਠੀਕ ਹੈ, ਹੋ ਸਕਦਾ ਤੁਹਾਨੂੰ ਕੋਈ ਪਰਸਨ ਐਜ਼ ਏ ਪਰਸਨ ਪਸੰਦ ਨਾ ਹੋਵੇ, ਤੁਹਾਨੂੰ ਉਹਦੀ ਆਰਟ ਚੰਗੀ ਲੱਗਦੀ ਹੋਵੇ। ਠੀਕ ਹੈ, ਹੋ ਸਕਦਾ ਕੋਈ ਬੰਦਾ ਤੁਹਾਨੂੰ ਵੈਸੇ ਬਹੁਤ ਪਸੰਦ ਆ ਪਰ ਤੁਹਾਨੂੰ ਉਹਦੀ ਆਰਟ ਦਾ ਉਹਦਾ ਕੰਮ ਕਰਨ ਦਾ ਤਰੀਕਾ ਨਹੀਂ ਵਧੀਆ ਲੱਗਦਾ। ਹੋ ਸਕਦਾ ਕਿਤੇ ਤੁਹਾਡੀ ਉਹਨਾਂ ਨਾਲ ਮਤਲਬ ਦਿਮਾਗੀ ਤੌਰ 'ਤੇ ਜਾਂ ਵਿਚਾਰਕ ਤੌਰ 'ਤੇ ਨਾ ਬਣੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਸੀਨੀਅਰ ਨੂੰ
ਅਪਸ਼ਬਦ ਬੋਲਣੇ ਸ਼ੁਰੂ ਕਰ ਦਿਓ, ਠੀਕ ਹੈ। ਇਹ ਜ਼ਰੂਰੀ ਮੈਂ ਉਹ ਜਿਹੜਾ ਲਾਈਵ ਹੋ ਕੇ ਮੈਂ ਮੈਸੇਜ ਉਹ ਵੀ ਇਹੀ ਦਿੱਤਾ ਸੀ ਕਿ ਹੋ ਸਕਦਾ ਕਿਸੇ ਗੱਲ ਕਰਕੇ ਤੁਹਾਡਾ ਦਿਲ ਦੁਖਿਆ ਹੋਵੇ ਜਾਂ ਕਿਸੇ ਫੈਨ ਨੇ ਕੋਈ ਤੁਹਾਨੂੰ ਗਲਤ ਕਮੈਂਟ ਕਰਤਾ ਹੋਵੇ, ਪਰ ਜੋ ਇੱਕ ਆਰਟਿਸਟ ਹੈ, ਇੱਕ ਉਹਦਾ ਆਰਟਿਸਟ ਦਾ ਰੁਤਬਾ ਹੈ ਇੱਕ, ਠੀਕ ਹੈ। ਉਹ ਸੀਨੀਅਰ ਆਰਟਿਸਟ ਆ। ਸਾਡੇ ਘਰ ਦੇ ਵਿੱਚ ਵੀ ਸਾਡੇ ਫਾਦਰ ਹੁੰਦੇ ਆ, ਸਾਡੇ ਚਾਚੇ ਤਾਏ ਹੁੰਦੇ ਆ, ਠੀਕ ਹੈ। ਕਦੇ ਸਾਨੂੰ ਗਾਲ ਵੀ ਕੱਢ ਦਿੰਦੇ ਆ, ਕਦੇ ਸਾਨੂੰ ਗੁੱਸੇ ਵੀ ਹੋ ਜਾਂਦੇ ਆ, ਠੀਕ ਹੈ। ਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਹੁਣ ਆਪਣੇ ਚਾਚੇ ਤਾਏ ਦੇ ਵੱਲ ਨੂੰ ਚਪੇੜ ਕੱਢ ਕੇ ਖੜ ਜਾਈਏ, ਠੀਕ ਹੈ ਨਾ। ਇਹ ਸਾਡੇ ਸੰਸਕਾਰ ਨਹੀਂ ਹੈਗੇ। ਲਿਖਿਆ ਹੋਇਆ ਕਹਿੰਦੇ ਮਿਟ ਜੂਗਾ, ਪਰ ਬੋਲਿਆ ਹੋਇਆ ਨਹੀਂ ਮਿਟਦਾ, ਕਿਉਂਕਿ ਬੋਲਿਆ ਹੋਇਆ ਜਿਹੜਾ ਇਹ ਸ੍ਰਿਸ਼ਟੀ ਦੇ ਵਿੱਚ ਫਿਕਸ ਹੋ ਜਾਂਦਾ। ਉਹ ਸ਼ਬਦ ਤੁਹਾਡੇ ਜਿਹੜੇ ਨੇ, ਅਸੀਂ ਆਪਣੇ ਸ਼ਬਦਾਂ ਦੇ ਗੁਲਾਮ ਹੋ ਜਾਂਦੇ। ਹਾਂਜੀ ਹਾਂ, ਬਿਲਕੁਲ ਬਿਲਕੁਲ। ਫਿਰ ਕਿਤੇ ਇੱਕ ਟਾਈਮ ਦੇ ਉੱਤੇ ਆ ਕੇ ਤੁਹਾਨੂੰ ਯਾਦ ਵੀ ਆਉਂਦਾ। ਮੇਰੀ ਜ਼ਿੰਦਗੀ 'ਚ ਕਦੇ ਇੱਦਾਂ ਦੇ ਹੋਏ ਐਕਸਪੀਰੀਅੰਸ, ਜਦੋਂ ਕਿਸੇ ਨੂੰ ਕੁਛ ਅਪਸ਼ਬਦ ਬੋਲਿਆ ਗਿਆ ਤਾਂ ਉਹ ਜਦੋਂ ਫਿਰ ਯਾਦ ਆਉਂਦਾ ਨਾ, ਫਿਰ ਬੜਾ ਅੰਦਰ ਨੂੰ ਵੱਜਦਾ ਉਹ ਵੀ ਨਹੀਂ ਯਾਰ, ਜੇ ਮੈਂ ਉੱਥੇ ਥੋੜ੍ਹਾ ਜਿਹਾ ਪੇਸ਼ੈਂਸ ਰੱਖ ਲੈਂਦਾ, ਮੈਂ ਇੱਦਾਂ ਦੇ ਸ਼ਬਦ ਨਾ ਬੋਲਦਾ, ਹੈ ਨਾ। ਉਹ ਜਦੋਂ ਕਿਸੇ ਦੂਜੇ ਨੂੰ ਵੀ ਯਾਦ ਆਉਣਗੇ ਜਿਹਦੇ ਲਈ ਬੋਲੇ ਗਏ ਆ, ਤਾਂ ਉਹ ਵੀ ਉਹ ਇੱਕ ਮਤਲਬ ਮਾਰਦੇ ਅੰਦਰੋਂ, ਸੱਟ ਮਾਰਦੇ। ਸੋ ਇਸ ਕਰਕੇ ਹਮੇਸ਼ਾ ਬੋਲੋ ਓਨਾ ਕਿ ਜਿੰਨਾ ਕੁ ਜ਼ਰੂਰੀ ਹੈ, ਔਰ ਜਿੰਨਾ ਕਿ ਕਿਸੇ ਨੂੰ ਹਰਟ ਨਾ ਕਰੇ। ਹਾਂਜੀ। ਤੇ ਸਰ ਤੁਸੀਂ ਬੱਬੂ ਮਾਨ ਨਾਲ ਇੰਨੇ ਸਾਲ ਕੰਮ ਕੀਤਾ, ਹਾਂਜੀ, ਹੈ ਨਾ, ਤੇ ਜੀ ਅਸੀਂ ਬੱਬੂ ਮਾਨ ਜੀ ਦੀ ਫੈਨ ਫੋਲੋਇੰਗ ਦੇਖੀਏ ਤੇ ਉਹ ਤੇ ਆਲ ਓਵਰ ਦਾ ਵਰਲਡ ਹੈ ਨਾ, ਤੇ ਬਟ ਉਹਨਾਂ ਨਾਲ ਰਹਿੰਦੇ ਹੋਏ ਤੁਹਾਡੀ ਜਿਹੜੀ ਆਡੀਅנס ਹੈ ਜੋ ਤੁਹਾਨੂੰ ਜਾਣਦੀ ਹੈ, ਇੰਡਸਟਰੀ ਵਿੱਚ ਤੁਹਾਨੂੰ ਮੋਸਟਲੀ ਸਾਰੇ ਹੀ ਜਾਣਦੇ ਨੇ, ਬਟ ਜੇ ਮੈਂ ਆਡੀਅנס ਦੀ ਗੱਲ ਕਰਾਂ ਉਹ ਬੜੀ ਲਿਮਿਟਿਡ ਜੀ ਹੈ। ਇਹਦਾ ਕੀ ਕਾਰਨ ਹੈ? ਇਹਦਾ ਦੇਖੋ, ਪ੍ਰੋਫੈਸ਼ਨਲੀ ਅਗਰ ਕੰਟੀਨਿਊਟੀ ਦੀ ਗੱਲ ਕਰਾਂ ਤਾਂ ਉਹ ਮੇਰੇ ਕੁਝ ਮਤਲਬ ਮੇਰੀ ਫੈਮਿਲੀਜ਼ ਕੁਝ ਪ੍ਰੋਬਲਮ ਇੱਦਾਂ ਦੀਆਂ ਸੀਗੀਆਂ ਵੀ ਮੈਂ ਕਮਰਸ਼ੀਅਲੀ ਆਪਣੇ ਆਪ ਨੂੰ ਉਸ ਹਿਸਾਬ ਨਾਲ ਮਤਲਬ ਕੰਟੀਨਿਊ ਨਹੀਂ ਕਰ ਪਾਇਆ। ਜੇ ਲੋਕਾਂ ਨੂੰ ਅੱਜ ਵੀ ਮੇਰੇ ਗਾਣੇ ਯਾਦ ਆ ਤਾਂ ਇਟ ਮੀਨਸ ਉਹ ਮੇਰੇ ਗਾਣਿਆਂ ਨੇ ਉਹਨਾਂ ਦੇ ਦਿਲਾਂ 'ਚ ਘਰ ਜ਼ਰੂਰ ਕੀਤਾ, ਉਹਨਾਂ ਨੂੰ ਪਸੰਦ ਜ਼ਰੂਰ ਆਏ। ਪਰ ਕੀ ਹੁੰਦਾ ਵੀ ਕਿਸੇ ਵੀ ਕੰਮ ਨੂੰ ਤੁਸੀਂ ਕਰਦੇ ਆ ਤਾਂ ਉਹਨੂੰ ਤੁਸੀਂ ਨਿਰੰਤਰ ਕਰਨਾ ਹੁੰਦਾ। ਮੇਰੇ ਜਿਹੜੇ ਕੰਮ ਦੇ ਵਿੱਚ ਇਹ ਚੀਜ਼ ਰਹੀ ਵੀ ਜਿਹੜਾ ਮੈਂ ਪਹਿਲਾ ਕੰਮ ਕੀਤਾ, ਪਹਿਲੀ ਐਲਬਮ ਬਣਾਈ, ਉਹਦੇ ਵਿੱਚ ਮੈਨੂੰ ਕੁਝ ਸੰਗਤ ਇੱਦਾਂ ਦੇ ਬੰਦਿਆਂ ਦੀ ਮਿਲ ਗਈ ਵੀ ਜਿਨ੍ਹਾਂ ਨੇ ਮਤਲਬ ਮੇਰਾ ਚਲੋ ਕੰਮ ਤਾਂ ਅਸੀਂ ਕਰ ਹੀ ਰਹੇ ਸੀਗੇ, ਪਰ ਵਿੱਚੋਂ ਉਹਨਾਂ ਨੇ ਖਾਣ ਦੇ ਉੱਤੇ ਜ਼ਿਆਦਾ ਜ਼ੋਰ ਲਾ ਲਿਆ। ਸੋ ਜਿੰਨਾ ਮੇਰਾ ਬਜਟ ਮਤਲਬ ਇੱਕ ਐਲਬਮ ਦੇ ਉੱਤੇ ਉਹਨਾਂ ਨੇ ਲਵਾਤਾ, ਠੀਕ ਹੈ। ਹੋ ਸਕਦਾ ਉਨੇ ਬਜਟ ਦੇ ਵਿੱਚ ਮੈਂ 4 ਐਲਬਮਸ ਕਰ ਜਾਂਦਾ, ਠੀਕ। ਪਰ ਮੈਨੂੰ ਪਤਾ ਨਹੀਂ ਸੀ ਫੀਲਡ ਬਾਰੇ, ਮੈਂ ਨਵਾਂ ਸੀਗਾ ਫੀਲਡ ਦੇ ਵਿੱਚ, ਅਤੇ ਕੁਝ ਬੰਦੇ ਇੱਦਾਂ ਦੇ, ਹੁਣ ਨਾਮ ਤਾਂ ਚਲੋ ਮੈਂ ਕਿਸੇ ਦਾ ਕਿਉਂ ਲੈਣਾ, ਬਟ ਮੇਰੀ ਪਹਿਲੀ ਐਲਬਮ ਤੋਂ ਆਈਡੀਆ ਲੱਗ ਹੀ ਜਾਣਾ ਸਭ ਨੂੰ ਵੀ ਉਹਨਾਂ ਬੰਦਿਆਂ ਨੇ ਮੈਨੂੰ ਐਸਾ ਮਤਲਬ ਇੱਕ ਤਰ੍ਹਾਂ ਦਾ ਵੱਢ ਟੁੱਕ ਲਿਆ, ਠੀਕ ਹੈ, ਵੀ ਮੈਨੂੰ ਫਾਈਨੈਂਸ਼ੀਅਲੀ ਇੰਨਾ ਵੀਕ ਕਰਤਾ ਵੀ ਮੈਂ ਦੁਬਾਰਾ ਆਪਣੇ ਆਪ ਨੂੰ ਕੰਟੀਨਿਊ ਕਰਨ ਦੇ ਲਈ ਮੈਨੂੰ ਕਾਫੀ ਟਾਈਮ ਲੱਗ ਗਿਆ। ਮੈਂ ਪਹਿਲੇ ਦਿਨੋਂ ਹੀ ਮੇਰੇ ਲਈ ਇਹ ਰਿਹਾ ਵੀ ਮੈਂ ਮਿਊਜ਼ਿਕ ਨੂੰ ਕਦੇ ਵੀ ਦੁਕਾਨਦਾਰੀ ਨਹੀਂ ਸਮਝਿਆ ਵੀ ਇਹ ਮੇਰੀ ਦੁਕਾਨਦਾਰੀ ਹੈ, ਅਤੇ ਮੈਂ ਇਹਦੇ 'ਚੋਂ ਨੋਟ ਕਮਾਉਣੇ ਆ। ਨੋਟ ਕਮਾਉਣੇ ਮੇਰੀ ਜ਼ਰੂਰਤ ਜ਼ਰੂਰ ਹੈ, ਪਰ ਮੇਰੀ ਹਵਸ ਨਹੀਂ ਹੈ। ਸੋ ਮੇਰੀ ਜ਼ਿੰਦਗੀ ਦਾ ਇਹ ਰਿਹਾ ਜਿਹੜਾ ਵੀ ਮੈਂ ਜੇ ਬਾਹਰ ਵੱਲ ਨੂੰ ਨਹੀਂ ਫੈਲ ਪਾਇਆ ਤਾਂ ਸ਼ਾਇਦ ਮੈਂ ਅੰਦਰ ਵੱਲ ਨੂੰ ਬਹੁਤ ਕੁਛ ਹਾਸਲ ਕਰ ਲਿਆ ਜਾਂ ਬਹੁਤ ਕੁਛ ਹਾਸਲ ਕਰਨ ਵੱਲ ਚੱਲ ਪਿਆ, ਜਿੱਧਰ ਮੈਨੂੰ ਲੱਗਿਆ ਵੀ ਨਹੀਂ, ਇਹ ਜਿਹੜੀ ਸੈਟਿਸਫੈਕਸ਼ਨ ਹੈ, ਜਿਹੜੀ ਇੰਟਰਨਲ ਸੈਟਿਸਫੈਕਸ਼ਨ ਹੈ, ਇਹ ਜ਼ਿਆਦਾ ਜ਼ਰੂਰੀ ਹੈ। ਇਹ ਜ਼ਿਆਦਾ ਤੁਹਾਨੂੰ ਇੱਕ ਅਲੱਗ ਤਰੀਕੇ ਦਾ ਫੀਲ ਹੈ। ਇਹਨੂੰ ਜੋ ਕਰੂਗਾ ਮੇਰੇ ਖਿਆਲ 'ਚ ਉਸੇ ਨੂੰ ਹੀ ਸਮਝ ਆਉਂਦੀ ਹੈ ਵੀ ਹਾਂ ਇਹ ਕੀ ਹੈ। ਅਤੇ ਅਦਰਵਾਈਜ਼ ਮੇਰੇ 'ਤੇ ਵੀ ਕੁਐਸਚਨ ਹੋ ਜਾਂਦੇ ਆ। ਅਜੇ ਮੇਰੇ ਯਾਰ ਦੋਸਤ ਕਹਿੰਦੇ ਯਾਰ ਤੂੰ ਕੁਛ ਗਾ ਦੇ ਇੱਦਾਂ ਦਾ ਤੜਕ ਭੜਕ ਵਾਲਾ, ਆਪਾਂ ਲਾ ਦਿੰਦੇ ਹਾਂ 5-10 ਲੱਖ ਰੁਪਇਆ ਚੱਕ ਦਿੰਦੇ ਹਾਂ ਕੰਮ, ਹੈ ਨਾ, ਬਹਿ ਜਾ ਕਰਾ ਦੇ ਕਰਾਂ। ਮੈਂ ਕਿਹਾ ਵੀ ਉਹ ਹੁਣ ਬਹਿ ਜਾ ਕਰਾਉਣ ਵਾਲਾ ਟਾਈਮ ਵੀ ਮੇਰਾ, ਠੀਕ ਹੈ ਨਾ, ਉਹ ਉਦੋਂ ਗਾ ਲੈਂਦਾ ਕਿਤੇ 2007-08 'ਚ ਜਦੋਂ ਮੈਂ ਸ਼ੁਰੂ ਕੀਤਾ ਸੀ, ਠੀਕ ਹੈ ਨਾ, ਉਦੋਂ ਮੇਰਾ ਬਚਪਨ ਮੰਨਿਆ ਜਾਣਾ ਸੀਗਾ। ਜੇ ਮੈਂ ਹੁਣ ਗਾਊਂਗਾ ਨਾ ਤਾਂ ਹੁਣ ਫਿਰ ਉਹ ਮੈਨੂੰ ਇਹ ਚੀਜ਼ ਨਹੀਂ ਅਲਾਓ ਕਰਦੀ। ਮੈਨੂੰ ਹਜ਼ਾਰਾਂ ਦਾ ਇਕੱਠ ਨਹੀਂ ਚਾਹੀਦਾ, ਮੈਨੂੰ ਜੇ 25 ਬੰਦੇ ਬੈਠ ਕੇ ਵੀ ਸੁਣ ਰਹੇ ਆ, ਪਰ ਉਹ 25 ਬੰਦੇ ਇਸ ਕਦਰ ਸੁਣ ਰਹੇ ਆ ਵੀ ਮੇਰੇ ਇਕੱਲੇ ਬੋਲ ਦੇ ਉੱਤੇ ਉਹਨਾਂ ਨੇ ਵਾਹ ਦੇਣੀ ਹੈ ਨਾ, ਜਾਂ ਮੈਨੂੰ ਐਜ਼ ਐਨ ਆਰਟਿਸਟ ਉਹ ਜੋ ਐਪਰੀਸ਼ੀਏਸ਼ਨ ਦਿੰਦੇ ਆ, ਰੈਦਰ ਦੈਨ ਕਿ 1000 ਬੰਦੇ ਦਾ ਇਕੱਠ ਹੋਵੇ ਅਤੇ ਵਿੱਚ ਅੱਧਿਆਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਗਾਣੇ ਦਾ ਮਤਲਬ ਕੀ ਹੈ ਨਾ। ਸੋ ਇਹ ਵੇ ਆਫ ਥਿੰਕਿੰਗ ਹੈ ਜਾਂ ਵੇ ਆਫ ਲਿਵਿੰਗ ਹੈ, ਮੈਂ ਕਹਿ ਸਕਦਾ। ਤੇ ਸਰ ਜਿਵੇਂ ਤੁਸੀਂ ਦੱਸਿਆ ਸੀ ਕਿ ਤੁਸੀਂ ਖੇਤੀ ਨਾਲ ਵੀ ਰਿਲੇਟਡ ਹੋ, ਤੇ ਅੱਜ ਕੱਲ੍ਹ ਜੋ ਮਾਹੌਲ ਚੱਲ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਹ ਚੀਜ਼ ਨੂੰ ਬੜੇ ਡੀਪਲੀ
ਸੋਚ ਰਿਹਾ, ਕਿਉਂਕਿ ਇਹ ਸਿਰਫ ਇੱਕ ਕਿਸਾਨ ਦੇ ਨਾਲ ਜੁੜੀ ਹੋਈ ਗੱਲ ਨਹੀਂ ਹੈ। ਇਹਨੂੰ ਹਰ ਇੱਕ ਬੰਦਾ ਜਿਹੜਾ ਬੋਲ ਰਿਹਾ ਅੱਜ ਸਟੇਜਾਂ 'ਤੇ ਉਹ ਕਹਿੰਦਾ ਜੀ ਇਹ ਕਿਸਾਨਾਂ ਦਾ ਮਸਲਾ, ਕਿਸਾਨਾਂ ਦਾ। ਇਹ ਕਿਸਾਨਾਂ ਦਾ ਮਸਲਾ ਨਹੀਂ, ਇਹ ਸਾਡੇ ਘਰਾਂ ਦਾ ਮਸਲਾ। ਕਿਸਾਨ ਤਾਂ ਉਹ ਹੈ ਨਾ ਜਿਹੜਾ ਉਹ ਕੰਮ ਕਰ ਰਿਹਾ, ਜਿਹਦੀ ਜ਼ਮੀਨ ਹੈ, ਜ਼ਮੀਨ ਦੇ ਉੱਤੇ ਵਾਹ ਰਿਹਾ, ਉਹ ਠੇਕੇ 'ਤੇ ਲੈ ਕੇ ਵਾਹ ਰਿਹਾ ਜਾਂ ਆਪਣੀ ਵਾਹ ਰਿਹਾ, ਜਿਹਦੇ 'ਚੋਂ ਫਸਲ ਪੈਦਾ ਕਰਦਾ, ਉਸ ਤੋਂ ਬਾਅਦ ਉਹਦਾ ਘਰ-ਬਾਰ ਚੱਲਦਾ ਸਾਰਾ। ਪਰ ਜੇ ਇਹਨੂੰ ਲੌਂਗ ਰਨ ਦੇਖੀਏ ਤਾਂ ਉਹਦੀ ਬੀਜੀ ਹੋਈ ਕਣਕ ਸਾਡੇ ਘਰਾਂ 'ਚ ਆਉਂਦੀ ਹੈ, ਅਸੀਂ ਵੀ ਉਹੀ ਕਣਕ ਖਾਂਦੇ ਹਾਂ। ਉਹੀ ਕਣਕ ਇੱਕ IPS ਅਫਸਰ ਵੀ ਖਾਂਦਾ, ਠੀਕ ਹੈ, ਉਹੀ ਇੱਕ IAS ਵੀ ਖਾਂਦਾ, ਉਹੀ ਮੰਤਰੀ ਵੀ ਖਾਂਦੇ ਨੇ, ਠੀਕ ਹੈ। ਪਰ ਕੀ ਹੈ ਵੀ ਜਿਹੜਾ ਸਿਸਟਮ ਹੈ, ਠੀਕ ਹੈ, ਉਹ ਸਿਸਟਮ ਨੇ ਸਾਨੂੰ ਇੰਨਾ ਕੁ ਕਰਪਟ ਕਰਤਾ ਵੀ ਅਸੀਂ ਸੈਲਫਿਸ਼ ਹੋ ਗਏ। ਸਾਡੀ ਆਪਣੀ, ਮੈਂ ਤੁਹਾਨੂੰ ਆਪਣਾ ਇੱਕ ਪਰਸਨਲ ਤਜਰਬਾ ਜਿਹੜਾ ਮੈਂ ਸਾਂਝਾ ਕਰਨ ਦੀ ਸੋਚ ਰਿਹਾ ਸੀ, ਉਹ ਤੁਹਾਡੇ ਚੈਨਲ ਦੇ ਥਰੂ ਹੋ ਰਿਹਾ, ਤਾਂ ਉਹ ਮੈਨੂੰ ਵਧੀਆ ਗੱਲ ਲੱਗੀ ਵੀ ਅਸੀਂ ਸੱਭਿਆਚਾਰ ਦਾ ਬਹੁਤ ਰੌਲਾ ਪਾਉਂਦੇ ਹਾਂ। ਸੱਭਿਆਚਾਰ 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 ਸਿਰਫ ਗੀਤਾਂ ਦੇ ਕਰਕੇ ਨਹੀਂ ਹੈ। ਸੱਭਿਆਚਾਰ ਸਾਡੀਆਂ ਭਾਵਨਾਵਾਂ, ਸਾਡੀ ਸੋਚ। ਮੇਰੀ ਆਪਣੀ ਜ਼ਮੀਨ ਜਿਹੜੀ ਸਾਡੀ ਜੱਦੀ ਜ਼ਮੀਨ ਆ, ਸਾਡੀ ਜ਼ਮੀਨ ਦਾ ਝਗੜਾ ਚੱਲਦਿਆਂ ਨੂੰ 24 ਸਾਲ ਹੋ ਗਏ, ਕੋਰਟ ਕੇਸਿਸ ਚੱਲ ਰਹੇ ਆ। ਉਹਦੇ ਵਿੱਚ ਕੀ ਹੈ ਵੀ ਉਹ 24 ਸਾਲ ਤੋਂ ਜ਼ਮੀਨ ਦੇ ਉੱਤੇ ਸਾਡਾ ਕਬਜ਼ਾ, ਸਾਡੀ ਗਰਦੌਰੀ, ਮੇਰੇ ਦਾਦਾ ਜੀ ਦੀ ਜ਼ਮੀਨ ਸੀ ਉਹ, ਜਿਹੜੀ ਸਾਨੂੰ ਅੱਗੇ ਫਾਦਰ ਸਾਹਿਬ ਨੂੰ ਆਈ। ਇੱਕ ਬੰਦੇ ਨੇ, ਪਿੰਡ ਦੇ ਸ਼ਰਾਰਤੀ ਬੰਦੇ ਨੇ, ਠੱਗ ਬੰਦਾ ਜਿਹਨੂੰ ਕਹਾਂ ਮੈਂ, ਉਹਨੇ ਇੱਕ 5 ਰੁਪਏ ਦੇ ਸਟਾਂਪ ਦੇ ਉੱਤੇ ਜਾਲੀ ਬਿਆਨਾ ਲਿਖ ਕੇ, ਜਾਲੀ ਉਹਦੇ ਤੇ ਸਾਈਨ ਕਰਵਾ ਕੇ, ਠੀਕ ਹੈ, ਉਹ ਸਾਰਾ ਕੁਝ ਕੋਰਟ ਦੇ ਵਿੱਚ ਸਬਮਿਟ ਕਰਤਾ, ਠੀਕ ਹੈ। ਹੁਣ ਕਾਨੂੰਨ ਦੇ ਉੱਤੇ ਆਪਾਂ ਕਹਿੰਦੇ ਜੀ ਕਾਨੂੰਨ ਦੇ ਉੱਤੇ ਭਰੋਸਾ ਕਰਨਾ ਚਾਹੀਦਾ, ਠੀਕ ਹੈ, ਪਰ ਕਾਨੂੰਨ ਦੇ ਵਿੱਚ ਵੀ ਤਾਂ ਉੱਥੇ ਵੀ ਤਾਂ ਬੰਦੇ ਕੰਮ ਕਰ ਰਹੇ ਅੱਗੇ, ਠੀਕ ਹੈ। ਸਭ ਨੇ ਆਪਣੀਆਂ ਆਪਣੀਆਂ ਜੇਬਾਂ ਭਰਨ ਦੇ ਚੱਕਰ 'ਚ ਉਹਦਾ ਜਿਹੜਾ ਜਾਲੀ ਬਿਆਨਾ ਸੀ ਉਹਨੂੰ ਸਹੀ ਸਾਬਤ ਕਰਨ ਦੇ ਉੱਤੇ ਜ਼ੋਰ ਲਾਤਾ, ਠੀਕ ਹੈ। ਔਰ ਉਹਦੇ ਨਾਲ ਸਾਡਾ ਕੇਸ ਮਤਲਬ ਚੱਲ ਰਿਹਾ ਵੀ ਅਸੀਂ ਆਪਣੀ ਹੀ ਜ਼ਮੀਨ ਦੇ ਲਈ ਲੜ ਰਹੇ ਹਾਂ ਵੀ ਇਹ ਜ਼ਮੀਨ ਸਾਡੀ ਹੈ। ਉਹ ਕਹਿੰਦਾ ਜੀ ਇਹ ਜ਼ਮੀਨ ਦਾ ਮੈਨੂੰ ਬਿਆਨਾ ਹੋਇਆ, ਠੀਕ ਹੈ। ਤੇ ਚਲੋ ਉਹ ਕੇਸ ਅਲੱਗ ਹੈ ਵੀ ਉਹ ਸਾਡਾ ਚੱਲਦੇ ਚੱਲਦੇ 24 ਸਾਲ ਹੋ ਗਏ। ਪਰ ਸਾਡੇ ਪਿੰਡ 'ਚੋਂ, ਮੇਰੇ ਆਪਣੇ ਜੱਦੀ ਪਿੰਡ 'ਚੋਂ ਕਦੇ ਵੀ ਕਿਸੇ ਸਾਡੇ ਜੱਟ ਭਰਾ ਨੇ ਜਾਂ ਸਾਡੇ ਸ਼ਰੀਕੇ ਬਰਾਦਰੀ ਨੇ ਇੱਕ ਹਾਂ ਦਾ ਨਾਅਰਾ ਨਹੀਂ ਮਾਰਿਆ ਅੱਜ ਤੱਕ ਵੀ ਇਹਨਾਂ ਨਾਲ ਗਲਤ ਹੋ ਰਿਹਾ, ਇਹਨਾਂ ਦੀ ਜ਼ਮੀਨ ਦੇ ਉੱਤੇ ਧੱਕੇ ਨਾਲ ਉਹ ਬੰਦਾ ਫਰਾਡ ਕਰ ਰਿਹਾ, ਇਹਨਾਂ ਨਾਲ ਨਜਾਇਜ਼ ਹੋ ਰਹੀ ਹੈ, ਇਹਨੂੰ ਰੋਕਣਾ ਚਾਹੀਦਾ। ਇੱਕ ਪਿੰਡ ਦੀ ਗੱਲ ਹੈ ਇਹ, ਸਾਡੇ ਮੇਰੇ ਆਪਣੇ ਪਰਸਨਲ ਤਜਰਬੇ ਦੀ ਗੱਲ ਹੈ ਵੀ ਅਸੀਂ ਜਦੋਂ ਕਿਸੇ ਦੇ ਘਰ 'ਚ ਲੱਗੀ ਹੁੰਦੀ ਹੈ ਨਾ, ਉੱਥੇ ਅਸੀਂ ਦੇਖਦੇ ਹਾਂ ਤਮਾਸ਼ਾ ਜੀ, ਠੀਕ ਹੈ ਨਾ। ਹੁਣ ਸਭ ਇਕੱਠੇ ਆ, ਹੁਣ ਕਲਾਕਾਰ ਵੀ ਆ ਗਏ, ਠੀਕ ਹੈ। ਹੁਣ ਕਲਾਕਾਰ ਕਿਉਂ ਅੱਗੇ ਆ ਰਹੇ? ਕਿਉਂ ਕਲਾਕਾਰਾਂ ਨੂੰ ਪਤਾ ਵੀ ਇਹਨਾਂ ਜ਼ਮੀਨਾਂ ਦੇ ਸਿਰ ਤੇ ਤਾਂ ਸਾਡੇ ਸ਼ੋਅ ਲੱਗਦੇ ਆ। ਜੇ ਕੋਈ 15 ਲੱਖ 20 ਲੱਖ ਰੁਪਈਆ ਲਾ ਕੇ ਦੇ ਕੇ ਸਾਡਾ ਸ਼ੋਅ ਲਵਾਉਂਦਾ, ਤਾਂ ਉਹ ਸ਼ੋਅ ਤਾਂ ਉਹੀ ਲਵਾਊਗਾ ਨਾ ਜਿਹੜਾ ਕੋਈ ਘੈਂਟ ਜੱਟ ਜ਼ਿਮੀਂਦਾਰ ਜਿਹਦੇ ਪੱਲੇ ਕੋਈ 4 ਪੈਸੇ ਹੈਗੇ ਆ। ਹੁਣ ਉਹਨਾਂ ਨੂੰ ਪਤਾ ਵੀ ਸਾਡੇ ਸ਼ੋਅ ਬੰਦ ਹੋ ਜਾਣੇ। ਹੁਣ ਸਭ ਨੂੰ ਆਪੋ ਆਪਣੀ ਪਈ ਆ, ਠੀਕ ਹੈ ਨਾ। ਵੀ ਇੱਕ ਨੂੰ ਦੇਖ ਕੇ ਦੂਜਾ ਜਦੋਂ ਸੜਨਾ ਬੰਦ ਕਰ ਦੂਗਾ ਨਾ, ਉਦੋਂ ਬਾਹਰਲੇ ਦੀ ਹਿੰਮਤ ਨਹੀਂ ਹੈ ਵੀ ਤੁਹਾਡੇ ਘਰ ਦੇ ਵਿੱਚ ਆ ਕੇ ਤੁਹਾਨੂੰ ਇਹ ਕਹੇ ਵੀ ਮੈਂ ਤੁਹਾਡੀ ਜ਼ਮੀਨ ਦੱਬੂਗਾ, ਠੀਕ ਹੈ ਨਾ, ਕਿਉਂਕਿ ਉਹਨੂੰ ਪਤਾ ਵੀ ਇਹ ਇਕੱਠੇ ਹੈ, ਠੀਕ ਹੈ ਨਾ ਜੀ। ਸੋ ਇਹ ਗੱਲ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਉਹਨਾਂ ਨੂੰ ਅੱਗੇ ਫਰਦਰ ਸਟੈਪਸ ਕੀ ਲੈਣੇ ਚਾਹੀਦੇ ਨੇ? ਫਿਰ ਫਰਦਰ ਸਟੈਪ, ਪਹਿਲਾ ਸਟੈਪ ਤਾਂ ਇਹੀ ਵੀ ਇਕਜੁੱਟਤਾ। ਸਭ ਤੋਂ ਜਿਹੜੀ ਜ਼ਰੂਰੀ ਗੱਲ ਆ, ਲੜਨਾ ਹਥਿਆਰਾਂ ਨਾਲ ਜਾਂ ਦਿਮਾਗ ਨਾਲ, ਵੈਸੇ ਤਾਂ ਅੱਜ ਕੱਲ੍ਹ ਦਿਮਾਗ ਦੀ ਲੜਾਈ ਹੈ, ਹਥਿਆਰਾਂ ਦੀ ਲੜਾਈ ਤਾਂ ਅਸੀਂ ਲੜ ਹੀ ਨਹੀਂ ਸਕਦੇ। ਸਟੇਟ ਦੇ ਖਿਲਾਫ ਅਸੀਂ ਕਦੇ ਵੀ ਨਹੀਂ ਲੜ ਸਕਦੇ। ਅਸੀਂ ਭੁਗਤ ਚੁੱਕੇ ਹਾਂ, ਸਾਡਾ ਪਿਛੋਕੜ ਜਿਹੜਾ ਹੈ 84 ਤੋਂ ਬਾਅਦ ਜੋ ਹੋਇਆ, ਵੀ ਸਟੇਟ ਦੇ ਖਿਲਾਫ ਕੋਈ ਵੀ ਨਹੀਂ ਅੜ ਸਕਦਾ। ਉਹਦੇ ਕੋਲੇ ਪਾਵਰ ਹੈ, ਉਹਦੇ ਕੋਲੇ ਸਭ ਕੁਛ ਹੈ, ਉਹਦੇ ਕੋਲ ਫੈਸਿਲਿਟੀਜ਼ ਨੇ। ਸਾਡੇ ਕੋਲੇ ਕੀ ਹੈ? ਡਾਂਗਾਂ ਸੋਟਿਆਂ ਨਾਲ ਕੀ ਕਰਾਂਗੇ ਅਸੀਂ, ਠੀਕ ਹੈ ਨਾ। ਉਹ ਇੱਕ ਗੁਰਬਾਣੀ ਦਾ ਵੀ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਤੁਹਾਡੇ ਇੱਥੋਂ ਉਪਜਦਾ ਹੈ ਉਹੀ ਤੁਹਾਡੇ ਆਲੇ ਦੁਆਲੇ ਪੈਦਾ ਹੋ ਜਾਂਦਾ, ਠੀਕ ਹੈ। ਜੋ ਤੁਹਾਡੀ ਮਾਨਸਿਕਤਾ ਹੈ, ਤੁਹਾਡੀ ਮਾਨਸਿਕਤਾ ਨੇ ਤੁਹਾਨੂੰ ਉੱਦਾਂ ਦਾ ਮਾਹੌਲ ਸਿਰਜ ਕੇ ਦੇਣਾ। ਵੀ ਇੱਕ 5 ਰੁਪਈਆਂ ਦੇ ਸਟਾਂਪ ਦੇ ਉੱਤੇ ਲਿਖਿਆ ਹੋਇਆ ਬਿਆਨਾ ਸਾਨੂੰ 24 ਸਾਲ ਤੋਂ ਘੜੀਸ ਰਿਹਾ, ਠੀਕ ਹੈ। ਕਿਉਂਕਿ ਜਿਹਨੇ ਤੁਹਾਡੇ ਨਾਲ ਠੱਗੀ ਮਾਰਨੀ ਹੈ ਨਾ, ਉਹਦੀ ਤੁਹਾਡੇ ਤੋਂ ਤਿਆਰੀ 1000 ਗੁਣਾ ਜ਼ਿਆਦਾ ਹੈ। ਸੋ ਇਹ ਵੀ ਹੁਣ ਜੇ ਲੋਕ ਇਸ ਭੁਲੇਖੇ 'ਚ ਨੇ ਵੀ ਅਮਾਨੀ ਨੇ ਤਾਂ ਪਤਾ ਨਹੀਂ ਉੱਦਾਂ ਹੀ ਇਹ ਸੱਟਾ ਖੇਡਤਾ ਜਾਂ ਉੱਦਾਂ ਹੀ ਸਾਡੇ ਤੇ ਦਾ ਲਾਉਣ ਦੇ ਚੱਕਰ 'ਚ, ਨਹੀਂ, ਉਹਨੇ 1000 ਗੁਣਾ ਵੱਧ ਤਿਆਰੀ ਕੀਤੀ ਹੋਈ ਹੈ ਪਹਿਲਾਂ ਹੀ। ਉਹ ਪਾਵਰਫੁਲ ਹੈ, ਉਹ ਫਾਈਨੈਂਸ਼ੀਅਲੀ ਸਟਰੋਂਗ ਹੈ, ਠੀਕ ਹੈ। ਉਦੋਂ ਬਾਅਦ ਉਹਨੇ ਤੁਹਾਨੂੰ ਦੱਬਣਾ ਤਾਂ ਉਹਦੀ 1000 ਗੁਣਾ ਤਿਆਰੀ ਤੁਹਾਡੇ ਤੋਂ ਪਹਿਲਾਂ ਹੀ ਆ। ਉਹਨੂੰ ਤੁਹਾਡੀਆਂ ਕਮਜ਼ੋਰੀਆਂ ਸਭ ਪਤਾ ਨੇ,
ਠੀਕ ਹੈ, ਉਹਨੇ ਤੁਹਾਡੀਆਂ ਕਮਜ਼ੋਰੀਆਂ ਫੜ ਲਈਆਂ ਪਹਿਲਾਂ ਹੀ, ਜਿਹੜੀਆਂ ਤੁਹਾਨੂੰ ਸ਼ਾਇਦ ਖੁਦ ਵੀ ਨਹੀਂ ਪਤਾ, ਠੀਕ ਹੈ ਨਾ, ਕਿਉਂਕਿ ਆਪਦੀ ਕਮਜ਼ੋਰੀ ਆਪਣੇ ਆਪ ਨੂੰ ਕਦੇ ਨਜ਼ਰ ਨਹੀਂ ਆਉਂਦੀ, ਦੁਸ਼ਮਣ ਨੂੰ ਜ਼ਰੂਰ ਨਜ਼ਰ ਆਉਂਦੀ ਹੁੰਦੀ ਹੈ, ਉਹਨੂੰ ਪਤਾ ਹੁੰਦਾ ਵੀ ਮੈਨੂੰ ਸੱਟ ਕਿੱਥੇ ਮਾਰਨੀ ਹੈ, ਠੀਕ ਹੈ ਨਾ। ਸੋ ਇਹ ਗੱਲ ਜ਼ਰੂਰ ਹੈ ਵੀ ਲੜਨਾ ਸਾਨੂੰ ਪੈਣਾ, ਲੜਾਈ ਮੋੜ ਕਿਹੜੇ ਪਾਸੇ ਨੂੰ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂ, ਪਰ ਇਹ ਜ਼ਰੂਰ ਹੈ ਵੀ ਸਾਨੂੰ ਪਹਿਲਾਂ ਆਪਣੇ ਦਿਮਾਗ ਨਾਲ ਲੜਨਾ ਪੈਣਾ। ਆਪਣੇ ਦਿਮਾਗ ਦੀ ਜੋ ਗੰਦਗੀ ਸਾਡੇ ਦਿਮਾਗਾਂ 'ਚ ਭਰੀ ਹੋਈ ਹੈ, ਨਫ਼ਰਤ, ਵੱਟ ਦੇ ਰੌਲੇ ਨੂੰ ਲੈ ਕੇ, ਠੀਕ ਹੈ, ਜਾਤ ਪਾਤ ਦੇ ਰੌਲੇ ਨੂੰ ਲੈ ਕੇ, ਠੀਕ ਹੈ, ਊਚ ਨੀਚ ਦੇ ਰੌਲੇ ਨੂੰ ਲੈ ਕੇ ਜੋ ਗੰਦ ਅਸੀਂ ਆਪਦੇ ਅੰਦਰ ਭਰਿਆ ਹੋਇਆ ਪਹਿਲਾਂ ਉਹ ਕੱਢੋ। ਜੇ ਸਾਡੀ ਮਾਨਸਿਕਤਾ ਸਹੀ ਹੋਊਗੀ ਅਸੀਂ ਇਕਜੁੱਟ ਹੋ ਜਾਾਂਗੇ, ਮਨ ਤੋਂ ਵੀ, ਤਨ ਤੋਂ ਤਾਂ ਇਕੱਠੇ ਬੈਠੇ ਬਹੁਤ ਦੇਖ ਰਹੇ ਹਾਂ, ਤਨ ਤੋਂ ਬਹੁਤ ਇਕੱਠੇ ਬੈਠੇ ਆ, ਮਨ ਤੋਂ ਵੀ ਇਕੱਠੇ ਹੋਵਾਂਗੇ, ਫਿਰ ਜਿਹੜੀ ਸਾਡੀ ਜਿੱਤ ਆ ਉਹ ਯਕੀਨੀ ਬਣ ਸਕਦੀ ਹੈ, ਠੀਕ ਹੈ। ਅਦਰਵਾਈਜ਼ ਜੇ ਇੱਦਾਂ ਹੀ ਖਿਲਰੇ ਰਹੇ ਤੇ ਖਿਲਰਿਆਂ ਨੂੰ ਤਾਂ ਉਹਨੇ ਖਿਲਾਰ ਹੀ ਦੇਣਾ, ਫਿਰ ਇਹਦਾ ਕੋਈ ਹੱਲ ਨਹੀਂ। ਮਾਹੌਲ ਥੋੜਾ ਜਿਹਾ ਚੇਂਜ ਕਰੀਏ ਤੇ ਹੁਣ ਅਗਰ ਤੁਸੀਂ ਕੁਝ ਲਾਈਨਾਂ ਸੁਣਾ ਦਿਓ ਸਾਨੂੰ ਤੇਰੀ ਮੇਰੀ Song ਦੀਆਂ ਤਾਂ ਬਹੁਤ ਵਧੀਆ ਲੱਗੇਗਾ। ਠੀਕ ਹੈ ਜੀ, ਜ਼ਰੂਰ ਜੀ। ਇਹਦੇ ਵਿੱਚ ਵੀ ਮੈਂ ਗਾਣੇ 'ਚ ਇੱਕ ਜਿਹੜੀ ਮੇਰੀ ਲਾਈਨ ਜ਼ਿਆਦਾ ਪਸੰਦ ਕੀਤੀ ਗਈ, ਉਹਦੇ ਵਿੱਚ ਵੀ ਇੱਕ ਮਤਲਬ ਜੱਟ ਮਤਲਬ ਕਰੈਕਟਰ ਹੈ, ਬੇਸਿਕਲੀ ਜੱਟ ਕੀ ਹੈ ਵੀ ਜੋ ਜ਼ਮੀਨ ਦੇ ਨਾਲ ਜੁੜਿਆ ਹੋਇਆ ਜੀ, ਜਿੱਦਾਂ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਹਾਂ ਤਾਂ ਉਹਦੇ 'ਚ ਜਿੰਨੇ ਵੀ ਲੋਕ ਉੱਥੇ ਰਹਿ ਰਹੇ ਆ ਉਹ ਸਾਰੇ ਜੱਟ ਨੇ, ਉਹਨੂੰ ਸਿਰਫ ਇੱਕ ਕਾਸਟ ਦੇ ਨਾਲ ਜੋੜ ਕੇ ਇਹ ਗਲਤ ਕੀਤਾ ਲੋਕਾਂ ਨੇ। ਤੇ ਉਹਦੇ ਵਿੱਚ ਵੀ ਇੱਕ ਲਾਈਨ ਹੈ ਤਾਂ ਮੈਂ ਉੱਥੇ ਸ਼ੁਰੂ ਕਰਦਾ। ਜੱਟ ਦੀ ਆ ਯਾਰੀ ਛੋਲਿਆਂ ਦਾ ਵੱਢ ਨਹੀਂ, ਦਿਲ ਵਿੱਚੋਂ ਸਾਰੇ ਹੀ ਭੁਲੇਖੇ ਕੱਢ ਲਈ। ਜੱਟ ਦੀ ਆ ਯਾਰੀ ਛੋਲਿਆਂ ਦਾ ਵੱਢ ਨਹੀਂ, ਦਿਲ ਵਿੱਚੋਂ ਸਾਰੇ ਹੀ ਭੁਲੇਖੇ ਕੱਢ ਲਈ। ਬਾਕੀ ਸਾਰੀ ਗੱਲ ਮਿੱਤਰਾਂ ਤੇ ਛੱਡ ਦਈ, ਤੂੰ ਬਸ ਮੂੰਹੋਂ ਇੱਕ ਹਾਂ ਕੱਢ ਦਈ। ਬਾਕੀ ਸਾਰੀ ਗੱਲ ਮਿੱਤਰਾਂ ਤੇ ਛੱਡ ਦਈ, ਤੂੰ ਬਸ ਮੂੰਹੋਂ ਇੱਕ ਹਾਂ ਕੱਢ ਦਈ। ਤੂੰ ਕੀ ਜਾਣੇ ਜੱਟਾਂ ਨੂੰ ਕੀ ਜਾਣੇ ਤੂੰ ਕੀ ਜਾਣੇ ਜੱਟਾਂ ਦਾ ਸੁਭਾਅ, ਕੁੜੀਏ ਨੀ ਮੋਠ ਚੱਬ ਜਾਂਦੇ ਗੁੜ ਚਰਲਾ ਕੇ। ਤੇਰੀ ਮੇਰੀ ਤੇਰੀ ਗੱਲ ਨਾ ਬਣੇ, ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ। ਤੇਰੀ ਮੇਰੀ ਤੇਰੀ ਗੱਲ ਨਾ ਬਣੇ, ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ। ਤੂੰ ਵੀ ਸੰਗੇ ਮੈਂ ਵੀ ਸੰਗਾ ਤੂੰ ਵੀ ਸੰਗੇ, ਤੂੰ ਵੀ ਸੰਗੇ ਮੈਂ ਵੀ ਸੰਗਾ, ਡਰ ਲੱਗਦਾ ਨਹੀਂ ਲੰਘ ਜਾਏ ਨਾ ਜਵਾਨੀ ਕਿਤੇ ਆ ਕੇ। ਤੇਰੀ ਮੇਰੀ ਤੇਰੀ ਗੱਲ ਨਾ ਬਣੇ, ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ। ਤੇਰੀ ਮੇਰੀ ਤੇਰੀ ਗੱਲ ਨਾ ਬਣੇ ਨੀ ਗੱਲ ਨਾ ਬਣੇ। ਤੇ ਸਰ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ ਤੁਹਾਨੂੰ ਆਲ ਦਾ ਬੈਸਟ। ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਟ ਕੀ ਹੈ ਕਿ ਹੁਣ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਤੇ ਇਸ ਲਈ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੀ। ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣੇ ਇੰਨੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ। ਥੈਂਕ ਯੂ ਸਰ, ਥੈਂਕ ਯੂ। ਸ਼ੁਕਰੀਆ ਜੀ, ਔਰ ਮੈਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਔਰ ਅਰਸ਼ ਟੀਵੀ ਦਾ ਵੀ, ਜਿਨ੍ਹਾਂ ਨੇ ਮੈਨੂੰ ਇੱਥੇ ਬੈਠ ਕੇ ਆਪਣੇ ਜਜ਼ਬਾਤ ਇੰਨੇ ਖੁੱਲ੍ਹੇ ਰੂਪ 'ਚ ਸਾਂਝੇ ਕਰਨ ਦਾ ਮੌਕਾ ਦਿੱਤਾ। ਸੋ ਤੁਹਾਡੇ ਸਭ ਦੇ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਬਹੁਤ ਸਾਰਾ ਪਿਆਰ ਸਤਿਕਾਰ। ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਸਾਡਾ ਪੰਜਾਬ, ਸਾਡੀ ਆਬੋ ਹਵਾ ਇੱਦਾਂ ਹੀ ਮਹਿਕਦੀ ਰਹੇ, ਚਹਿਕਦੀ ਰਹੇ। ਇਹਨੂੰ ਬੁਰੀਆਂ ਬਲਾਵਾਂ ਤੋਂ ਬਚਾ ਕੇ ਰੱਖੇ ਪਰਮਾਤਮਾ। ਸਭ ਚੜ੍ਹਦੀ ਕਲਾ 'ਚ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਥੈਂਕ ਯੂ ਜੀ। ਤੇ ਹੁਣ ਮੈਂ ਆਪਣੇ ਦਰਸ਼ਕਾਂ ਕੋਲੋਂ ਵੀ ਇਜਾਜ਼ਤ ਮੰਗਦੀ ਹਾਂ ਤੇ ਬਹੁਤ ਜਲਦ ਮਿਲਾਂਗੇ ਇਸੇ ਤਰ੍ਹਾਂ ਦੀ ਇੱਕ ਖਾਸ ਪਰਸਨੈਲਿਟੀ ਦੇ ਨਾਲ। ਤੁਸੀਂ ਤਦ ਤੱਕ ਦੇਖਦੇ ਰਹੋ ਅਰਸ਼ ਟੀਵੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤੇ ਨਾਲ ਦੀ ਨਾਲ ਸਾਨੂੰ ਫੇਸਬੁੱਕ ਤੇ ਵੀ ਜ਼ਰੂਰ ਫੋਲੋ ਕਰਿਓ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।